ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਭਾਗਾਂ ਵਾਲਾ ਉਹ ਪਾਵਨ ਪਵਿੱਤਰ ਸਥਾਨ ਹੈ ਗੁਰਮੁਖੋ, ਜਿੱਥੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਨੇ 9 ਦਿਨ ਭਾਗ ਲਾਏ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਸਮੇਤ 1706 ਈਸਵੀ ਦੇ ਵਿੱਚ ਇਸ ਸਥਾਨ 'ਤੇ ਆ ਕੇ ਠਹਿਰੇ। ਮਾਤਾ ਦੇਸਾਂ ਨੂੰ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। 9 ਦਿਨ ਇਸ ਇਲਾਕੇ ਦੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਆਉਂਦੀਆਂ, ਨਾਮਦਾਨ ਲੈਂਦੀਆਂ, ਖੰਡੇ ਦੀ ਪੌਲ ਛਕ ਕੇ ਜਾਂਦੀਆਂ। ਬੜੇ ਹੀ ਭਾਗ ਲੱਗੇ ਇਸ ਧਰਤੀ ਨੂੰ, ਅਤੇ ਸਤਿਗੁਰਾਂ ਨੇ ਬੜੇ ਹੀ ਪਿਆਰੇ ਪਿਆਰੇ ਬਚਨ ਮਾਤਾ ਦੇਸਾਂ ਨੂੰ ਬਖਸ਼ਿਸ਼ ਕੀਤੇ ਕਿ ਐ ਦੇਸਾਂ ਮਾਈ, ਤੇਰੀ ਸਾਈਂ ਦਰ ਸਮਾਈ, ਅਕਾਲ ਪੁਰਖ ਸਹਾਈ, ਸਦਾ ਹੀ ਤੇਰੇ ਅੰਗ ਸੰਗ ਰਹਾਂਗੇ। ਜੋ ਸੂਤਰ, ਜੋ ਦਾਤਾਂ ਸਤਿਗੁਰਾਂ ਨੇ ਗੁਰੂ ਨਾਨਕ ਦੇ ਘਰ ਦੀਆਂ ਮਾਂ ਦੇਸਾਂ ਨੂੰ ਦਿੱਤੀਆਂ, ਇਹਨਾਂ ਪਿਛਲੇ 50 ਸਾਲਾਂ 'ਚ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਦਿਆਂ, ਸਤਿਗੁਰਾਂ ਨੇ ਸਿਰ 'ਤੇ ਹੱਥ ਰੱਖ ਕੇ ਬਖਸ਼ਿਸ਼ਾਂ ਦਿੱਤੀਆਂ। ਉਹਨਾਂ ਦੀ ਸਾਂਝ ਆਪਾਂ ਰੋਜ਼ਾਨਾ ਤੁਹਾਡੇ ਨਾਲ ਗੁਰਸਿੱਖ ਸੰਗਤਾਂ ਨਾਲ ਪਾਉਂਦੇ ਹਾਂ। ਜੋ ਵੀ ਅਧਿਆਤਮਿਕ ਦੇ ਅਭਿਲਾਸੀ ਨੇ, ਜਾਣੀ ਕਿੰਨੇ ਹੀ ਰਾਹ ਹੁੰਦੇ ਨੇ ਇੱਕ ਜਗ੍ਹਾ ਨੂੰ ਜਾਣ ਵਾਲੇ, ਜਿਹੜਾ ਰਾਹ ਕਹਿ ਲਓ ਸਾਨੂੰ ਬਖਸ਼ਿਸ਼ ਕੀਤਾ ਪਾਤਸ਼ਾਹ ਨੇ ਕਿ ਤੁਸੀਂ ਕਿਹਦੀ ਗੱਲ ਕਰਨੀ ਆ, ਸਾਡੇ ਤੇ ਇਹੀ ਬਖਸ਼ਿਸ਼ ਕੀਤੀ ਕਿ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇਹ ਸਾਡਾ ਪੈਟਰਨ ਹੈ। ਸਭੇ ਸਾਂਝੀ ਵਾਲ ਸਦਾਇਣ, ਕੋਏ ਨਾ ਦਿਸ ਹੈ ਬਾਹਰਾ ਜੀਓ। ਇਹ ਸਾਨੂੰ ਲੀਕ ਖਿੱਚ ਕੇ ਦਿੱਤੀ ਹੈ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਣ ਬੋ। ਅਸੀਂ ਜਦੋਂ ਵੀ ਗੱਲ ਕਰਨੀ ਆ, ਸਾਡੀ ਝੋਲੀ ਜਿਹੜੀ ਦਾਤ ਪਾਈ ਆ ਅਸੀਂ ਉਸੇ ਦੀ ਕਰਨੀ ਆ। ਜਿਹਨੂੰ ਇੱਕ ਮਿੱਕਤਾ ਪਸੰਦ ਆ, ਜਿਹਨੂੰ ਉਹਦੇ ਨਾਲ ਇੱਕ ਮਿੱਕ ਹੋਣਾ ਪਸੰਦ ਹੈ, ਉਹ ਕਿਸੇ ਵੀ ਦੇਸ਼ ਦਾ, ਕੌਮ ਦਾ, ਜਾਤ ਦਾ, ਕਾਲ ਦਾ ਹੋ ਸਕਦਾ ਹੈ। ਕਿਉਂਕਿ ਗੁਰੂ ਨਾਨਕ ਦੇ ਘਰ ਨੇ ਇਸ ਵਿਸ਼ਵ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਬਿਨਾਂ ਕੁਝ ਪੁੱਛਿਆ, ਇਦੋਂ ਪਹਿਲਾਂ ਵੀ ਭੰਡਾਰੇ ਵਰਤਦੇ ਰਹੇ ਆ, ਹਜ਼ਾਰਾਂ ਸਾਲਾਂ ਤੋਂ ਵਰਤ ਰਹੇ ਆ। ਭਾਰਤ ਵਰਸ ਦੀ ਧਰਤੀ ਜਗਤ ਗੁਰੂ ਦਾ ਅਹੁਦਾ ਰੱਖਦੀ ਹੈ ਪੂਰੇ ਵਿਸ਼ਵ ਦੇ ਵਿੱਚ। ਜੋ ਸੂਤਰ ਇੱਥੇ ਖੋਜੇ ਗਏ, ਜੋ ਖੋਜਾਂ ਕੀਤੀਆਂ ਗਈਆਂ, ਉਹਦਾ ਮੁਕਾਬਲਾ ਨਾ ਕਦੇ ਕਿਸੇ ਨੇ ਕੀਤਾ, ਨਾ ਕਰ ਸਕੂਗਾ। ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਨੇ ਬੜਾ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਐਸੇ ਐਸੇ ਸੂਤਰ ਦਿੱਤੇ ਨੇ ਪੂਰੇ ਵਿਸ਼ਵ ਨੂੰ। ਉਹ ਤਾਂ ਜਿਵੇਂ ਜਿਵੇਂ ਉਗੜ ਕੇ ਸਾਹਮਣੇ ਆਉਣੇ ਆ ਤਾਂ ਬੜਾ ਮਾਣ ਹੋਣਾ ਭਾਰਤ ਵਰਸ ਦੇ ਲੋਕਾਂ ਨੂੰ ਕਿ ਇੱਥੇ 10 ਗੁਰੂਆਂ ਨੇ, ਸੰਤਾਂ ਭਗਤਾਂ ਨੇ, ਰਿਸ਼ੀਆਂ ਮੁਨੀਆਂ ਨੇ ਆਪਣੇ ਜੀਵਨ ਲਾ ਦਿੱਤੇ ਉਹਨਾਂ ਖੋਜਾਂ 'ਤੇ। ਬਹੁਤ ਕਿਰਪਾ ਦ੍ਰਿਸ਼ਟੀ ਕੀਤੀ ਹੋਈ ਹੈ ਪਾਤਸ਼ਾਹ ਨੇ, ਬਹੁਤ ਰਹਿਮਤਾਂ ਬਖਸ਼ਿਸ਼ ਕੀਤੀਆਂ। ਆਪਾਂ ਉਹਨਾਂ ਦੀ ਸਾਂਝ ਪਾਉਣੇ ਆ। ਅਤੇ ਸਤਿਗੁਰਾਂ ਨੇ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ 4 ਵਰਨਾਂ ਕੋ ਸਾਂਝਾ। ਪਹਿਲੀ ਵਾਰ ਬੂਹੇ ਖੁੱਲ੍ਹੇ। ਪਹਿਲਾਂ ਜਦੋਂ ਕਿਸੇ ਨੂੰ ਨਾਮਦਾਨ ਦਿੱਤਾ ਜਾਂਦਾ ਸੀ, ਆਪਣੀ ਸ਼ਰਨ 'ਚ ਲਿਆ ਜਾਂਦਾ ਸੀ, ਕਾਫੀ ਤਰ੍ਹਾਂ ਦੀਆਂ ਗੱਲਾਂ ਪੁੱਛ-ਗਿੱਛ ਹੁੰਦੀਆਂ ਸੀ। ਕਿੱਥੋਂ ਆਇਆ, ਕਿਹੜੀ ਕੋਲ ਹੈ, ਕਿਹੜੀ ਜਾਤ ਹੈ, ਕਿਹੜੀ ਪਾਤ ਹੈ, ਕਿਹੋ ਜਿਹਾ ਖਾਨਦਾਨ ਹੈ। ਫਿਰ ਅਲੱਗ-ਅਲੱਗ ਤਰੀਕੇ ਨਾਲ ਉਹਨਾਂ ਨੂੰ ਟਰੀਟਮੈਂਟ ਦਿੱਤਾ ਜਾਂਦਾ ਸੀ। ਪਰ ਇੱਕ ਗੁਰੂ ਨਾਨਕ ਦੇ ਘਰ ਨੇ ਇਹੀ ਨਾਅਰਾ ਦਿੱਤਾ ਕਿ ਇੱਕ ਓਅੰਕਾਰ ਸਤਿਨਾਮ ਦੀ ਸੱਤਾ ਸਾਰੇ ਸੰਸਾਰ 'ਚ, ਸਾਰੇ ਜੀਵ ਉਸੇ ਦਾ ਰੂਪ ਨੇ। ਕੋਈ ਜਾਗਿਆ ਹੋਇਆ, ਕੋਈ ਸੁੱਤਾ, ਕੋਈ ਅੱਧ ਵਿਚਾਲੇ ਜਿਹਾ। ਇਸ ਗੱਲ ਦਾ ਕਰਕੇ ਕਿਸੇ ਨਾਲ ਦਰਿਆਉਤ ਨਹੀਂ ਕੀਤੀ ਜਾ ਸਕਦੀ ਕਿ ਤੂੰ ਸੁੱਤਾ ਹੋਇਆ ਹੈ।
ਜਾਂ ਤੈਨੂੰ ਮੱਤ ਬੁੱਧ ਘੱਟ ਹੈ, ਜਾਂ ਤੈਨੂੰ ਹਲੇ ਪਤਾ ਨਹੀਂ ਇਹ ਗੱਲਾਂ ਦਾ, ਇਹਦਾ ਕਰਕੇ ਕਿਸੇ ਨੂੰ ਤਿਰਸਕਾਰਿਆ ਨਹੀਂ ਜਾ ਸਕਦਾ। ਗੁਰੂ ਨਾਨਕ ਦੇ ਘਰ ਨੇ ਬਿਲਕੁਲ ਜਿਹੜਾ ਜੀਵ ਹਲੇ ਜ਼ੀਰੋ 'ਤੇ ਵੀ ਨਹੀਂ ਆਇਆ ਵਿਚਾਰਾ, ਆਪਣੇ ਆਪੇ ਦੀ ਵੀ ਜਿਹਨੂੰ ਸਮਝ ਨਹੀਂ, ਉਹਦੀ ਵੀ ਸੇਵਾ ਕੀਤੀ। ਗੁਰੂ ਨਾਨਕ ਦੇ ਘਰ ਦੇ ਸਪੁੱਤਰਾਂ ਨੇ, ਭਗਤ ਪੂਰਨ ਸਿੰਘ ਵਰਗਿਆਂ ਨੇ, ਜਿਨ੍ਹਾਂ ਨੂੰ ਆਪੇ ਦੀ ਵੀ ਸੋਝੀ ਨਹੀਂ, ਉਹਨਾਂ ਦੀ ਸੇਵਾ ਕਰਕੇ ਵੀ ਝੰਡੇ ਗੱਡਿਆ ਸੰਸਾਰ 'ਚ, ਆਪਣਾ ਪੂਰਾ ਜੀਵਨ ਹੀ ਲਾ ਦਿੱਤਾ ਇਸ ਗੱਲ 'ਤੇ। ਪਿੰਗਲਵਾੜੇ ਦੇ ਬਾਣੀ ਉਹਨਾਂ ਨੇ ਕਰਕੇ ਦਿਖਾਇਆ। ਇਸ ਤਰ੍ਹਾਂ ਹਜ਼ਾਰਾਂ ਲੱਖਾਂ ਉਦਾਹਰਨਾਂ ਗੁਰੂ ਨਾਨਕ ਦੇ ਘਰ ਦੇ ਵਿੱਚ। ਸਾਰੇ ਬੱਚੇ ਗੁਰੂ ਨਾਨਕ ਦੇ ਨੇ, ਕਿਸੇ ਨੇ ਕਿਸੇ ਗੱਲ 'ਤੇ ਜੀਵਨ ਲਾਇਆ, ਕਿਸੇ ਨੇ ਕਿਸੇ ਗੱਲ 'ਤੇ। ਸਭ ਨੂੰ ਮੁਬਾਰਕ ਹੈ, ਸਭ ਦੇ ਚਰਨਾਂ 'ਚ ਨਮਸਕਾਰ ਹੈ, ਸਭ ਦੇ ਚਰਨਾਂ 'ਚ ਨਮਸਕਾਰ ਹੈ। ਭਲਾ ਹੋ, ਭਲਾ ਹੋ, ਭਲਾ ਹੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਸਤਿਗੁਰਾਂ ਨੇ ਜੋ ਦਾਤ ਬਖਸ਼ਿਸ਼ ਕੀਤੀ ਮਾਤਾ ਨੂੰ, ਮਾਂ ਦੇਸਾਂ ਨੂੰ, ਮਾਂ ਦੇਸਾਂ ਨੇ ਬੜੀ ਸਾਧਨਾ ਕਰਵਾਈ ਬਚਪਨ ਤੋਂ, ਬੜੀ ਸੋਝੀ ਬਖਸ਼ਿਸ਼ ਕੀਤੀ, ਹਰ ਥਾਂ 'ਤੇ ਤੋਰਿਆ, ਹਰ ਥਾਂ 'ਤੇ ਜਾਣਨ ਲਈ ਭੇਜਿਆ, ਸਭ ਕੁਝ ਸਿਖਾਇਆ। ਅੱਜ ਜਦੋਂ ਸਤਿਗੁਰਾਂ ਦੀ ਬਖਸ਼ਿਸ਼ ਹੋ ਚੁੱਕੀ ਹੈ ਤਾਂ ਉਹ ਖਜ਼ਾਨੇ ਆ ਜਿਹੜੇ ਉਹਨਾਂ ਨੂੰ ਵਰਤਾਉਣ ਦਾ ਜਦੋਂ ਸਮਾਂ ਆਇਆ ਤਾਂ ਮਾਤਾ ਵੱਲੋਂ ਆਦੇਸ਼ ਹੋਇਆ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਜੋ ਹੁਕਮ ਆਉਂਦਾ ਹੈ, ਹੁਕਮਨਾਮਾ ਹੈ, ਜਿਹਦੀ ਉਡੀਕ ਲੱਖਾਂ ਪ੍ਰਾਣੀ ਕਰਦੇ ਹਨ, ਉਸ ਹੁਕਮਨਾਮੇ ਦੀ ਵਿਆਖਿਆ ਤੁਸੀਂ ਕਰਕੇ ਪਾਉਂਦੇ ਰਹੋ। ਜਿੱਥੇ ਜਿੱਥੇ ਜਿਗਿਆਸੂ ਹੋਣਗੇ ਉਹਨਾਂ ਕੋਲ ਇਹ ਸ਼ਬਦਾਂ ਦਾ ਭੰਡਾਰ ਪਹੁੰਚ ਜਾਣਾ, ਜਿਹਦੇ ਨਾਲ ਅਸੀਂ ਆਪਣੇ ਆਪੇ ਨਾਲ ਜੁੜ ਸਕਦੇ ਹਾਂ, ਆਪਣੇ ਅੰਦਰੋਂ ਉਸ ਮਾਲਕ ਨੂੰ ਖੋਜ ਸਕਦੇ ਹਾਂ, ਅੰਦਰ ਜਾਣ ਦਾ ਰਸਤਾ ਤਲਾਸ਼ ਸਕਦੇ ਹਾਂ। ਆਓ ਸਾਂਝ ਪਾਈਏ। ਅੱਜ ਦਾ ਜੋ ਵਾਕ ਹੈ, ਧਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ ਰਹਾਓ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਉਸ ਕਰਤੇ ਪੁਰਖ ਨੂੰ, ਅਕਾਲ ਪੁਰਖ ਨੂੰ, ਜਿਹੜੀ ਇੱਕ ਦੀ ਸੱਤਾ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਸੱਚਾ ਸਾਹ, ਉਹ ਪਰਵਦਗਾਰ, ਉਹ ਸੱਚਾ ਸ਼ਿਵ, ਜਿਹਦੀ ਸਾਰੀ ਆ ਕਾਇਨਾਤ ਹੈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਮੈਨੂੰ ਤੇਰੇ ਸਰੂਪ ਦੇ ਜਦੋਂ ਦਰਸ਼ਨ ਹੁੰਦੇ ਆ, ਉਹਦਾ ਸਰੂਪ ਕੀ ਆ? ਉਹਦਾ ਆਪਣਾ ਆਪਾ ਜਿਹੜਾ ਸਾਡੇ ਅੰਦਰ ਆ। ਜਦੋਂ ਹੀ ਕੋਈ ਟਿਕ ਕੇ ਬੈਠਦਾ, ਜਦੋਂ ਹੀ ਕੋਈ ਆਪਣੇ ਅੰਦਰ ਜਾਂਦਾ, ਗੁਰੂ ਨਾਨਕ ਦੀ ਦਿੱਤੀ ਵਿਧੀ ਕਿ ਪਵਨ ਗੁਰੂ ਆ ਪੂਰੇ ਵਿਸ਼ਵ ਦਾ। ਇਹ ਗੁਰੂ ਤੋਂ ਬਿਨਾਂ ਗੁਜ਼ਾਰਾ ਕਿਸੇ ਦਾ ਵੀ ਨਹੀਂ। ਕੋਈ ਕਿਸੇ ਧਰਮ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਪਾਤ ਦਾ ਹੋਵੇ, ਕਿਸੇ ਕਮਿਊਨਿਟੀ ਦਾ ਹੋਵੇ, ਪਵਨ ਗੁਰੂ ਦੇ ਨਾਲ ਹੀ ਸਾਰੀ ਖੇਡ ਆ। ਅਤੇ ਇਹ ਗੁਰੂ ਦੇ ਚਰਨ ਪਰਸਣੇ ਹੀ ਪੈਂਦੇ ਆ। ਜਿਹਨੇ ਅੰਦਰ ਜਾਣਾ, ਜਿਹਨੇ ਗੁਰਦੁਆਰੇ 'ਚ ਦਾਖਲ ਹੋਣਾ, ਜਿਹਨੂੰ ਗੁਰਦੁਆਰ ਕਿਹਾ ਗੁਰੂ ਨਾਨਕ ਨੇ, ਉਹ ਪਵਨ ਗੁਰੂ ਦਾ ਦੁਆਰਾ ਹੈ। ਇਹਨੂੰ ਮਹਿਸੂਸ ਕਰਨਾ ਪੈਣਾ, ਚੌਂਕੜਾ ਲਾ ਕੇ ਬਹਿਣਾ ਪੈਣਾ। ਆਉਂਦੇ ਜਾਂਦੇ ਪਵਨ ਗੁਰੂ ਨੂੰ, ਸਵਾਸ ਨੂੰ ਮਹਿਸੂਸ ਕਰਨਾ ਪੈਣਾ। ਅਤੇ ਇੱਕ ਦਿਨ ਐਸਾ ਆਉਂਦਾ ਜਦੋਂ ਸਾਂਝ ਉਹਦੇ ਨਾਲ ਪੈ ਜਾਂਦੀ ਹੈ, ਉਹਦੇ ਨਾਦ ਨਾਲ, ਜਿਹੜਾ ਅਣਹਦ ਨਾਦ ਆਪੇ ਹੋ ਰਿਹਾ, ਜਿਹੜਾ ਉਹਦਾ ਸ਼ਬਦ ਸਾਰੇ ਸਰਬ ਵਿਆਪਕ ਹੈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੁਰਤੀ ਉਹਦਾ ਚੇਲਾ ਬਣ ਜਾਂਦੀ ਹੈ, ਜਾ ਕੇ ਗੁਰੂ ਧਾਰਨਾ ਕਰਦੀ ਆ। ਫਿਰ ਉਹਦੇ ਨਾਲ ਇੱਕਮਿਕਤਾ ਦਾ ਅਹਿਸਾਸ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਦਰਸ਼ਨ ਹੁੰਦਾ ਆਮੋ ਸਾਹਮਣੇ, ਪ੍ਰਗਟ ਪ੍ਰਤਾਪ, ਉਹਦਾ ਨਰਾਨੀ ਸਿਸਟਮਿਕ ਊਰਜਾ ਦੀ ਫੋਮ ਵਾਂਗ ਦਿਸਦਾ। ਇਹ ਆਪਣੇ ਭਗਤ ਦੀ ਭਗਵਾਨ ਲੱਜਿਆ ਰੱਖਦਾ। ਭਗਤ ਨੇ ਜਿਹੜੇ ਰੂਪ ਦੇ ਵਿੱਚ ਵੀ ਉਹਨੂੰ ਚਿਤਵਿਆ, ਉਸੇ ਰੂਪ ਦੇ ਵਿੱਚ ਉਹ ਸਾਹਮਣੇ ਆ ਜਾਂਦਾ। ਇਹ ਭਗਤ ਦੀ ਆਪਣੀ ਪਰਸਨਲ ਸੋਚ 'ਤੇ ਹੁੰਦਾ ਕਿ ਉਹਨੇ ਭਗਵਾਨ ਨੂੰ ਕਿਸ ਰੂਪ ਦੇ ਵਿੱਚ ਚਿਤਵਿਆ ਹੋਇਆ, ਕਿਹੜਾ ਰੂਪ ਪਿਆਰਾ ਲੱਗਦਾ।
ਜਿਹੜਾ ਵੀ ਪਿਆਰਾ ਲੱਗਦਾ, ਜਿਹਦੇ ਰੂਪ 'ਚ ਪਿਆਰਾ ਲੱਗਦਾ, ਉਸੇ ਰੂਪ 'ਚ ਉਹ ਦਰਸ਼ਨ ਦਿੰਦਾ, ਕਿਉਂਕਿ ਉਹ ਸਮਰੱਥ ਹੈ, ਉਹ ਕੁਛ ਵੀ ਕਰ ਸਕਦਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਸੁੱਖਾਂ ਦੇ ਖਜ਼ਾਨੇ, ਚੜ੍ਹਦੀ ਕਲਾ ਦੇ ਖਜ਼ਾਨੇ ਬਖਸ਼ਿਸ਼ ਕਰਦਾ। ਹਮਰੀ ਵੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣਨਾ ਕੋਈ ਰਹਾਓ। ਸਾਡੀ ਵੇਦਨ ਤੂੰ ਜਾਣਦਾ ਹੈ। ਹੁਣ ਸਤਿਗੁਰਾਂ ਨੂੰ ਵੇਦਨ ਕਿਹੜੀ ਸੀ ਵੀ? ਵੇਦਨ ਤੋਂ ਜਦੋਂ ਤੁਸੀਂ ਦੇਖੋਗੇ ਨਾ, ਤਕਰੀਬਨ ਬਹੁਤ ਲੋਕਾਂ ਨਾਲ ਇਹ ਅਵਸਥਾ ਹੁੰਦੀ ਆ ਕਿ ਪਹਿਲਾਂ ਤਾਂ ਸੰਸਾਰ 'ਚ ਆਇਆ ਲੱਗਦਾ ਵੀ ਸਾਡਾ ਕੋਈ ਬਣ ਜੇ ਕੁਛ, ਰੋਟੀ ਪਾਣੀ ਦਾ, ਕੋਈ ਜਾਇਦਾਦ, ਕੋਈ ਹੋਰ, ਉਹ ਵੀ ਹੋ ਜਾਂਦਾ, ਘਰ-ਬਾਰ ਉਹ ਵੀ ਹੋ ਜਾਂਦਾ, ਗੱਡੀਆਂ ਉਹ ਵੀ ਹੋ ਜਾਂਦੀਆਂ, ਪੁੱਤਰ ਧੀਆਂ ਰਿਸ਼ਤੇਦਾਰ ਉਹ ਵੀ ਹੋ ਜਾਂਦੇ ਆ। ਪਰ ਫਿਰ ਵੀ ਸਭ ਕੁਝ ਹੁੰਦਿਆਂ ਸੁਣਦਿਆਂ, ਸਭ ਕੁਝ ਕਿਰਪਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਕਿਰਪਾ ਭਾਈ ਤੇਰੇ 'ਤੇ ਜਾਂ ਮੇਰੇ 'ਤੇ ਕਿਰਪਾ, ਪਰ ਉਸ ਤੋਂ ਬਾਅਦ ਵੀ ਇੱਕ ਵੇਦਨਾ, ਇੱਕ ਹੋਰ ਹੀ ਇਕੱਲੇਪਣ ਦਾ ਅਹਿਸਾਸ, ਸਮਝ ਨਹੀਂ ਆਉਂਦੀ ਕਿ ਜੀ ਨਹੀਂ ਲੱਗਦਾ, ਕਿਹਦੇ ਬਿਨਾਂ ਨਹੀਂ ਲੱਗਦਾ। ਉਹ ਕਚੋਟ ਕਚੋਟ ਕੇ ਖਾਂਦਾ ਕੁਛ। ਬੰਦਾ ਉਹਨੂੰ ਭੁੱਲਣ ਵਾਸਤੇ, ਸੰਸਾਰੀ ਬੰਦਾ ਜਿਹਦੇ ਕੋਲ ਪਹਿਲਾਂ ਕੋਈ ਸਿੱਖਿਆ ਦੇਖਿਆ ਹੈ ਨਹੀਂ, ਕੋਈ ਗੁਰੂ ਪੀਰ ਨਾਲ ਹੈ ਨਹੀਂ, ਜਾਂ ਉਹਦੇ 'ਤੇ ਉਸ ਤਰ੍ਹਾਂ ਦਾ ਉਹਨੂੰ ਵਿਚਾਰੇ ਨੂੰ ਕਿਤੇ ਪਤਾ ਹੀ ਨਹੀਂ ਕਿ ਇਹ ਗੱਲਾਂ ਕੀ ਹੁੰਦੀਆਂ, ਉਹਦਾ ਸਾਰਿਆਂ ਤੋਂ ਪਹਿਲਾਂ ਰਾਹ ਉਹ 'ਚ ਆਉਂਦਾ ਨਸ਼ਿਆਂ ਦਾ। ਉਹ ਉਸ ਕਚੋਟ ਨੂੰ ਭੁੱਲਣ ਵਾਸਤੇ, ਉਹ ਜਿਹੜਾ ਨਪੀੜ ਦਾ ਕੁਛ ਅੰਦਰੋਂ, ਉਹ ਬਿਰਹਾ ਜਿਹੜੀ ਨਿਚੋੜਦੀ ਆ, ਉੱਧਰੋਂ ਕੋਈ ਨਾ ਕੋਈ ਚੋਟ ਲੱਗੀ ਵੀ ਹੁੰਦੀ ਹੈ ਕਿਸੇ ਗੱਲ ਦੀ, ਉਹਦੇ ਨਾਲ ਰਲ ਕੇ ਉਹ ਉਹਨੂੰ ਹੋਰ ਵੀ ਤੰਗ ਕਰਦੀ ਆ। ਉਹ ਖਾਲੀਪਣ ਆ ਜਿਹੜਾ ਫਿਰ ਉਹਨੂੰ ਭਰਨ ਵਾਸਤੇ ਕੋਈ ਨਸ਼ਿਆਂ ਦਾ ਰਾਹ ਚੁਣਦਾ, ਕੋਈ ਖੇਡਾਂ ਦਾ ਚੁਣ ਲੈਂਦਾ, ਕੋਈ ਕਿਸੇ ਕੁਆਲਿਟੀ ਦਾ ਚੁਣ ਲੈਂਦਾ ਕਿ ਮੈਂ ਚਿੱਤਰਕਾਰ ਹੀ ਬਣਨਾ ਇਹਦੀ ਯਾਦ ਵਿੱਚ, ਕੋਈ ਗਾਉਣ ਲੱਗ ਜਾਂਦਾ, ਕੋਈ ਕੁਛ ਕਰਦਾ, ਕੋਈ ਕੁਛ, ਜਿਹੜਾ ਤਾਂ ਉਹਨੂੰ ਸਾਂਭ ਜਾਂਦਾ ਉਹ ਤਾਂ ਚੜ੍ਹਦੀ ਕਲਾ 'ਚ ਲੈ ਜਾਂਦਾ। ਐਂਡ ਉਹਨੂੰ ਪਤਾ ਲੱਗ ਹੀ ਜਾਂਦਾ ਕਿ ਉਹ ਮਾਲਕ ਹੈ ਕੌਣ, ਜਿਹਦੇ ਬਿਨਾਂ ਜੀ ਨਹੀਂ ਸੀ ਲੱਗਦਾ। ਅਤੇ ਜਿਹੜਾ ਰਹਿ ਜਾਂਦਾ ਉਹ ਫਿਰ ਜੀਵਨ ਬਰਬਾਦ ਕਰ ਲੈਂਦਾ, ਜੀਵਨ ਖੋ ਬਹਿੰਦਾ, ਜੀਵਨ ਦੀ ਬਾਜੀ ਆਪਾਂ ਕਹਿ ਸਕਦੇ ਵੀ ਹਾਰ ਕੇ ਜਾਂਦਾ। ਉਹ ਜਿਹੜੀ ਵੇਦਨ ਹੈ ਉਹ ਬਹੁਤ ਤੰਗ ਕਰਦੀ ਹੈ। ਜਿੰਨਾ ਕੋਈ ਜਾਗਦਾ ਜਾਂਦਾ ਉਨੀ ਤੰਗੀ ਵੱਧਦੀ ਜਾਂਦੀ ਹੈ। ਫਿਰ ਉਹਨੂੰ ਤਾਂ ਦੇਖਣ ਵਾਲੇ ਵੀ ਕਹਿੰਦੇ ਤੇਰੇ ਕੋਲ ਹੈ ਕੀ ਨਹੀਂ, ਤੂੰ ਐਂ ਕਿਉਂ ਕਰਦਾ, ਅਸੀਂ ਤਾਂ ਭਲਾ ਕਰੀਏ, ਸਾਡੇ ਕੋਲ ਤਾਂ ਆਹ ਹੈ ਨਹੀਂ, ਸਾਡੇ ਕੋਲ ਆਹ ਹੈ ਨਹੀਂ। ਉਹ ਬਥੇਰੀਆਂ ਉਦਾਹਰਨਾਂ ਦਿੰਦੇ ਵੀ ਤੇਰੇ ਕੋਲ ਤਾਂ ਸਭ ਕੁਛ ਹੈ। ਪਹਿਲੀ ਗੱਲ ਤਾਂ ਇਸ ਵੇਦਨ ਵਾਲਾ ਬੰਦਾ ਛੇਤੀ ਦੱਸਦਾ ਨਹੀਂ ਕਿਸੇ ਨੂੰ, ਦੱਸ ਸਕਦੇ ਨਹੀਂ। ਉਹ ਸਾਂਝ ਪਾਵੇ ਤਾਂ ਪਾਵੇ ਕਾਹਦੀ, ਕਿ ਵੇਦਨਾ ਹੈ ਕਾਹਦੀ ਮੈਨੂੰ। ਉਹ ਤਾਂ ਫਿਰ ਇੱਕ ਗੁਰੂ ਨਾਨਕ ਦਾ ਖੁੱਲ੍ਹਾ ਦਰ ਹੈ, ਖੁੱਲ੍ਹਾ ਘਰ ਹੈ। ਇਸ ਘਰ ਦੇ ਵਿੱਚ ਆ ਕੇ ਜਦੋਂ ਬੰਦਾ ਸੇਵਾ ਕਰਦਾ, ਜਾਪ ਕਰਦਾ, ਨਾਮਦਾਨ ਲੈਂਦਾ, ਬਾਣੀ ਪੜ੍ਹਦਾ, ਬਾਣੀ ਦੇ ਵਿੱਚ ਉਹਨੂੰ ਫਿਰ ਉਹ ਨੁਕਤੇ ਮਿਲਦੇ ਆ ਕਿ ਕੋਈ ਕਾਰਨ ਹੈ, ਕਿ ਸਾਰੇ ਗੁਰੂ ਵੀ ਕਹਿੰਦੇ ਵੀ ਹਾਂ ਇਹ ਹੈਗਾ। ਫਿਰ ਉਹ ਨਿੱਕੀਆਂ ਨਿੱਕੀਆਂ ਗੱਲਾਂ ਮਿਲਦੀਆਂ ਮਿਲਦੀਆਂ ਇੱਕ ਖਜ਼ਾਨਾ ਇਕੱਠਾ ਹੁੰਦਾ ਜਾਂਦਾ, ਫਿਰ ਉਹ ਦਾਤ ਬਣ ਕੇ ਬੋੜਦਾ। ਪਰ ਇਹ ਵੀ ਨਾਲ ਆ, ਦਾਤ ਆਉਣ ਤੋਂ ਪਹਿਲਾਂ ਕਹਿੰਦੇ ਜਿਵੇਂ ਦਿਨ ਚੜ੍ਹਨ ਤੋਂ ਪਹਿਲਾਂ ਬਹੁਤ ਘੁੱਪ ਹਨੇਰਾ ਹੁੰਦਾ, ਕਈ ਵਾਰੀ ਆ ਜੀਵਨ ਦੇ ਵਿੱਚ ਰਾਤ ਬੜੀ ਸੰਘਣੀ ਪੈ ਜਾਂਦੀ ਆ, ਦੁੱਖਾਂ ਦੇ ਪਹਾੜ ਬੜੇ ਵੱਡੇ ਆਉਂਦੇ ਆ, ਬੜਾ ਕੁਛ ਐਸਾ ਆਉਂਦਾ ਕਿ ਬੰਦਾ ਡਾਵਾਂਡੋਲ ਵੀ ਹੋ ਸਕਦਾ। ਪਰ ਜਦੋਂ ਬਾਣੀ ਦੇ ਲੜ ਲੱਗਿਆ ਹੋਵੇ, ਬਾਣੀ ਪੜ੍ਹਦਾ ਹੋਵੇ, ਫਿਰ ਉਹ ਚੀਜ਼ਾਂ ਬਚਾ ਲੈਂਦੀਆਂ। ਜਿਵੇਂ ਕਈ ਵਾਰ ਇਹੋ ਜਿਹੇ ਹਾਲਾਤ ਆਏ, ਅਤੇ ਫਿਰ ਬਚਪਨ ਦੇ ਵਿੱਚ ਜਦੋਂ ਪਾਠ ਕਰਦੇ ਹੁੰਦੇ, ਕੋਲੇ ਮਾਤਾ ਪਿਤਾ ਬੈਠੇ ਹੁੰਦੇ, ਤਾਇਆ ਜੀ ਬੈਠੇ ਹੁੰਦੇ, ਉਹਨਾਂ ਨੂੰ ਸੁਣਾਉਂਦੇ ਅਤੇ ਉਹਦੇ ਅਰਥ ਕਰਦੇ, ਆਪਸ ਵਿੱਚ ਬਹਿ ਕੇ ਗੱਲਾਂ ਕਰਦੇ ਵੀ ਆਹ ਕਿਵੇਂ ਲਿਖਿਆ ਮਹਾਰਾਜ ਨੇ, ਵੀ ਰਾਜ ਦੇ ਤਾਂ ਕਵਣ ਵਡਾਈ, ਭੀਖ ਮੰਗਾਈ ਤਾਂ ਕਿਆ ਘਟ ਜਾਈ। ਫਿਰ ਇਹਦੇ ਅਰਥ ਉਵੇਂ ਵੀ ਜੇ ਰਾਜ ਵੀ ਦੇ ਦੇ ਪਰਮ ਪਿਤਾ ਤਾਂ ਕੀ ਵੱਧ ਜੂ ਇਹਦਾ, ਇਹ ਚੇਤਨਾ ਤਾਂ ਉਹੀ ਹੈ, ਆਹ ਸਰੀਰ ਉਹੀ ਆ ਜਿਹੇ ਜਦੋਂ ਔੜਦੇ ਸੀ, ਅਤੇ ਜੇ ਭੀਖ ਵੀ ਮੰਗਾ ਲੂ ਫਿਰ ਵੀ ਕਿੱਡੀ ਕੀ ਗੱਲ ਆ, ਕੀ ਘਟ ਜੂਗਾ ਵੀ। ਉਹ ਜਿਹੜੀ ਜਾਗ ਚੁੱਕੀ ਚੇਤਨਾ, ਜਿਹੜੀ ਜੋਤ ਹੈ, ਮਨ ਤੂੰ ਜੋਤ ਸਰੂਪ ਆ, ਉਹ ਤਾਂ ਉਹੀ ਰਹਿਣਾ। ਪਰ ਫਿਰ ਵਿੱਚ ਦੀ ਹਾਲਾਤ ਵੀ ਉਹੋ ਜਿਹੇ ਬਣੇ ਜਦੋਂ ਹਰ ਪਾਸੇ ਤੋਂ ਤੰਗੀ, ਹਰ ਪਾਸੇ ਤੋਂ ਤੰਗੀ, ਫਿਰ ਲੱਗਣਾ ਵੀ ਕੋਈ ਨਾ, ਹਾਲੇ ਤਾਂ 2-4 ਸਟੈਪ ਪਿੱਛੇ ਹੀ ਆ, ਭੀਖ ਤਾਂ ਨਹੀਂ ਮੰਗਾਈ। ਅਤੇ ਜੇ ਮੰਗਾ ਵੀ ਦਊਗਾ ਫਿਰ ਵੀ ਕੀ ਗੱਲ ਆ, ਉਹਦੀ ਰਜਾ 'ਚ ਹੈ।
ਫਿਰ ਉਹ ਰਜਾ ਵਾਲੇ ਜਿਹੜੇ ਪਹਿਲਾਂ ਪਾਠ ਪੜ੍ਹੇ ਹੁੰਦੇ ਆ ਨਾ, ਮਾੜੇ ਹਾਲਾਤਾਂ ਦੇ ਵਿੱਚ, ਕਿਉਂਕਿ ਹਾਲਾਤ ਮਾੜੇ ਗੁਰਮੁਖ ਆਉਣੇ ਹੀ ਆਉਣੇ ਆ। ਗੁਰੂ ਨਾਨਕ ਦੇ ਘਰ ਨੇ ਝੂਠਾ ਦਿਲਾਸਾ ਕਦੇ ਕਿਸੇ ਨੂੰ ਦਿੱਤਾ ਹੀ ਨਹੀਂ। ਗੁਰੂ ਨਾਨਕ ਦਾ ਘਰ ਤਾਂ ਤੁਹਾਡੀ ਫਾਈਲ ਕਲੀਅਰ ਕਰਦਾ ਕਿ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ। ਕਿਤੇ ਭੱਜ ਲਓ ਦੁਨੀਆ 'ਚ ਕਿਤੇ ਵੀ, ਜਿਹੜੇ ਤੁਹਾਡੇ ਕਰੇ ਵੀ ਕਰਮ ਆ ਭੋਗਣੇ ਪੈਣੇ ਆ। ਹੱਸ ਕੇ ਭੋਗ ਲਓ, ਰੋ ਕੇ ਭੋਗ ਲਓ, ਭੱਜ ਨਹੀਂ ਸਕਦੇ ਉਹ ਤੋਂ। ਉਹ ਸਾਰਾ ਲੰਘਣਾ ਪੈਣਾ, ਉਹਦੇ ਵਿੱਚ ਦੀ ਲੰਘਣਾ ਪੈਣਾ। ਤਕੜੇ ਹੋ ਕੇ ਲੰਘੋ। ਗੁਰੂ ਦੀ ਬਾਣੀ ਹੱਥ ਹੋਵੇ, ਉਹ ਚੇਤੇ ਹੋਵੇ ਤਾਂ ਸੌਖਾ ਲੰਘ ਜਾਈਦਾ। ਭਵ ਸਾਗਰ ਸੌਖਾ ਤਰ ਜਾਈਦਾ। ਜਿਹਦੇ ਕੋਲ ਬਾਣੀ ਆ ਉਹਦੇ ਕੋਲ ਸਭ ਰੂਹਾਂ ਦਾ ਪਹਿਰਾ ਵੀ ਹੋ ਜਾਂਦਾ। ਜਿਹੜਾ ਬਾਣੀ ਨਾਲ ਜੁੜ ਗਿਆ, ਉਹ ਜਿਹੜੇ ਬਾਣੀ ਨਾਲ ਜੁੜੇ ਹੋਏ ਆ ਉਹਨਾਂ ਦੀ ਸੰਗਤ ਮਿਲ ਜਾਂਦੀ ਹੈ, ਉਹਨਾਂ ਤੋਂ ਮਦਦ ਵੀ ਮਿਲ ਜਾਂਦੀ ਹੈ। ਫਿਰ ਉਹ ਭੁੱਖਮਰੀ 'ਚ ਨਹੀਂ ਪੈਂਦਾ, ਕਿਉਂਕਿ ਗੁਰੂ ਨਾਨਕ ਦੇ ਘਰ ਨਾਲ ਜੁੜਿਆ ਬੰਦਾ ਕਦੇ ਭੁੱਖਾ ਨਹੀਂ ਮਰ ਸਕਦਾ। ਕਿਉਂਕਿ ਉਹ ਬਿਨਾਂ ਤੁਹਾਡੇ ਕਰਮ ਦੇਖਿਆ, ਬਿਨਾਂ ਤੁਹਾਡਾ ਜਨਮ ਦੇਖਿਆ, ਗੁਰੂ ਨਾਨਕ ਨੇ ਇੱਕ ਖਜ਼ਾਨਾ ਤਾਂ ਸੈੱਟ ਕਰਤਾ ਕਿ ਭੁੱਖਾ ਤਾਂ ਨਹੀਂ ਕੋਈ ਮਰੂਗਾ। ਜਿਹੜਾ ਧੰਨ ਗੁਰੂ ਨਾਨਕ ਵਾਲੇ ਪਾਸੇ ਆ ਗਿਆ ਨਾ, ਭੁੱਖਾ ਨਹੀਂ ਰਹੂਗਾ। ਕਿਉਂਕਿ ਉੱਥੇ ਨਹੀਂ ਦੇਖਿਆ ਜਾਂਦਾ ਤੇਰੇ ਕਰਮ ਕਿਹੇ ਜਾਂ ਤੂੰ ਕੌਣ, ਉਹ ਤੈਨੂੰ ਮਿਲ ਹੀ ਜਾਣਾ। ਇਹੀ ਕਾਰਨ ਆ ਕਿ ਬਹੁਤਾ ਥੱਲੇ ਨਹੀਂ ਡਿੱਗ ਸਕਦਾ ਬਾਣੀ ਪੜ੍ਹਨ ਵਾਲਾ, ਉਹਦੇ 'ਤੇ ਕਿਰਪਾ ਹੋ ਜਾਂਦੀ ਹੈ। ਪਰ ਉਹ ਵੇਦਨਾ ਜਿਹੜੀ ਜਿੰਨਾ ਚਿਰ ਸਹੀ ਰਾਹ ਨਹੀਂ ਮਿਲਦਾ ਆਪਣੇ ਆਪੇ ਦਾ, ਅੰਦਰ ਜਾ ਕੇ ਇੱਕ ਮਿਕਤਾ ਹੁੰਦੀ ਨਹੀਂ ਸਾਵੇਂ ਥਾਂ, ਉਹ ਜਿੱਥੇ ਬੈਠਾ ਸੁਪਿਆ ਪ੍ਰਭੂ, ਉਹਨਾਂ ਚਿਰ ਉਹ ਵੇਦਨਾ ਬਣੀ ਰਹਿੰਦੀ ਹੈ। ਇਹੀ ਇੱਕ ਪਲੱਸ ਪੁਆਇੰਟ ਆ ਪ੍ਰਮਾਤਮਾ ਦਾ ਕਿ ਦੁਨੀਆ ਭਰ ਦੇ ਖਜ਼ਾਨੇ ਮਿਲ ਜਾਣ, ਉਹ ਵੇਦਨਾ ਨਹੀਂ ਮਿਟਦੀ। ਇਹ ਚੰਗਾ ਹੈ। ਨਹੀਂ ਖਜ਼ਾਨੇ ਮਿਲਣਾ, ਰਾਜ ਭਾਗ ਮਿਲਣਾ, ਬੰਦਾ ਬਹਿ ਜੇ ਟੇਕ ਕੇ, ਚੁੱਪ ਕਰ ਜੇ, ਕਰ ਨਹੀਂ ਸਕਦਾ। ਕਿਉਂਕਿ ਉਹ ਵੇਦਨਾ ਵੱਧਦੀ ਤੁਰੀ ਜਾਂਦੀ ਹੈ। ਜਿਵੇਂ ਜਿਵੇਂ ਸਾਧਨ ਵੱਧਦੇ ਆ, ਵੇਦਨਾ ਵੱਧਦੀ ਹੈ। ਤੇ ਮਹਾਰਾਜ ਕਹਿੰਦੇ ਹਮਰੀ ਬੇਦਨ ਤੂੰ ਜਾਣਦਾ ਸਾਹਾ, ਅਵਰ ਕਿਆ ਜਾਣਾ ਕੋਏ। ਤੂੰ ਹੀ ਜਾਣਦਾ ਹੈ, ਫਿਰ ਇਹਦਾ ਹੱਲ ਵੀ ਤੂੰ ਹੀ ਕਰਨਾ। ਪਾਸਵਰਡ ਹੀ ਸਾਰੇ ਤੇਰੇ ਕੋਲ ਆ ਜਾਂ ਤੇਰੇ ਗੁਰੂ ਦੇ ਘਰ ਦੇ ਸੰਤਾਂ ਕੋਲ ਆ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀ ਆ ਸੱਚ ਸਭ ਹੋਏ। ਤੂੰ ਮੇਰਾ ਸੱਚਾ ਸਾਹਿਬ ਹੈ, ਸੱਚਾ ਸਾਹ, ਪੂਰੀ ਦੁਨੀਆ ਦਾ ਸੱਚਾ ਸਾਹ ਤੂੰ ਤਾਂ। ਤੇਰਾ ਕੀਆ ਹੀ ਹੋ ਰਿਹਾ ਸਾਰਾ। ਇਹ ਮੈਨੂੰ ਸਮਝ ਆ ਗਈ ਹੈ ਗੁਰੂ ਨਾਨਕ ਦੀ ਸਾਧਨਾ ਕੇ ਕਿ ਐਵੇਂ ਇੱਥੇ ਕੁਝ ਵੀ ਨਹੀਂ ਹੁੰਦਾ। ਇਹ ਕਰਮਾ ਸੰਦੜਾ ਖੇਤ ਆ, ਜੋ ਵੀ ਪਾਲਿਆ ਉਹਨੇ ਉਗਰਨਾ। ਜਿਵੇਂ ਮੰਨ ਲਓ ਹੁਣ ਤੁਸੀਂ ਆਹ ਗੱਲਬਾਤ ਸੁਣ ਰਹੇ ਹੋਵੋ, ਇਦੋਂ ਪਹਿਲਾਂ ਭਾਵੇਂ ਨਹੀਂ ਸੁਣਿਆ, ਅੱਜ ਵੀ ਆਪਾਂ ਕਹਿ ਦਈਏ ਕਿ ਮੈਂ ਤਾਂ ਬਈ ਮਿਲਣਾ ਉਹਨੂੰ। ਦੁਨੀਆ ਦੇ ਸਿਸਟਮ ਲੱਗ ਚੱਲਦੇ ਰਹਿਣੇ ਆ, ਕਿਰਤ ਕਮਾਈਆਂ ਚੱਲਦੀਆਂ ਰਹਿਣੀਆਂ, ਸਾਰਾ ਕੁਝ ਹੁੰਦਾ ਰਹਿਣਾ। ਪਰ ਅੱਜ ਤੋਂ ਹੀ ਮੈਂ ਤਾਂ ਬੈਠਣਾ ਸ਼ੁਰੂ ਕਰੂੰਗਾ ਉਹਦੀ ਯਾਦ 'ਚ, ਭਾਵੇਂ 5 ਮਿੰਟ ਬਹਿ ਜਾ, 5 ਤੋਂ 50 ਮਿੰਟ ਆਪੇ ਕਰ ਲਈ ਮੇਰਾ ਮਾਲਕ। ਮੈਂ ਉਹ ਸ਼ਕਤੀਆਂ ਨੂੰ, ਉਹ ਪਰਮ ਪਿਤਾ ਪਰਮਾਤਮਾ ਦੀਆਂ ਦਾਤਾਂ ਨੂੰ ਸੱਦਾ ਦੇਵਾਂਗਾ ਕਿ ਮੈਂ ਆਪਣੇ ਵੱਲੋਂ ਤਿਆਰ ਹਾਂ। ਤੇ ਕਈ ਵਾਰ ਅਗਲਾ ਕਹਿੰਦਾ ਜਦੋਂ ਕਿਰਪਾ ਹੋਈ ਬਹਿਣ ਲੱਗ ਜਾਂਗੇ। ਜੇ ਤੁਹਾਡੇ ਕੰਨਾਂ 'ਚ ਇਹ ਗੱਲ ਪੈ ਰਹੀ ਹੈ ਕਿ ਬਹਿਣਾ ਚਾਹੀਦਾ, ਕਿਰਪਾ ਤੁਹਾਡੇ 'ਤੇ ਤਾਂ ਉੱਧਰਲੇ ਪਾਸੇ ਹੋਊਗੀ, ਗੁਰਪ੍ਰਸਾਦ ਤਾਂ ਵਾਪਰ ਗਿਆ, ਐਵੇਂ ਗੱਲ ਨਹੀਂ ਪਹੁੰਚਦੀ ਨਹੀਂ ਹੁੰਦੀ। ਤੁਰਪੋ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਸੂਤਰ ਨੇ ਆਪਾਂ ਹੌਲੀ ਹੌਲੀ ਸਾਂਝ ਪਾਉਂਦੇ ਜਾਵਾਂਗੇ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਸਭ ਸੱਚ ਹੀ ਆ। ਸਾਨੂੰ ਕੁਛ ਆਸਾ ਪਾਸਾ ਲੱਗ ਸਕਦਾ, ਪਰ ਉਹਦਾ ਕੀ ਆ, ਸੱਚ ਹੀ ਹੁੰਦਾ। ਝੂਠਾ ਕਿਸ ਕੋ ਆਖੀਆ ਸਾਹਾ, ਦੂਜਾ ਨਾਹੀਂ ਕੋਈ। ਆਹ ਗੱਲ ਤੇ ਆ ਕੇ ਬਹੁਤ ਚਿਰ ਸਾਧਨਾ ਦੇ ਵਿੱਚ ਲੰਘ ਜਾਂਦਾ, ਕਿਉਂਕਿ ਇੱਕ ਪਾਸੇ ਤਾਂ ਸਮਾਜ ਤੋਂ ਸੁਣੀਆਂ ਗੱਲਾਂ ਆ ਕੇ ਖੜ੍ਹਦੀਆਂ, ਆਹ ਗਲਤ ਆ, ਫਲਾਨਾ ਆਏ ਆ, ਫਲਾਨਾ ਆਏ ਆ। ਕਿੰਨੀਆਂ ਹੀ ਚੀਜ਼ਾਂ ਸਾਹਮਣੇ ਪਈਆਂ ਹੁੰਦੀਆਂ, ਹਜ਼ਾਰਾਂ ਚੀਜ਼ਾਂ ਅੱਖੀਂ ਵੀ ਦਿਸ ਰਹੀਆਂ ਹੁੰਦੀਆਂ। ਜਦੋਂ ਗੁਰੂ ਦੀ ਸੰਨ ਜਾਂਦੇ ਆ, ਗੁਰੂ ਨਾਲ ਸਾਂਝ ਪਾਉਣੇ ਆ, ਬਹਿੰਦੇ ਆ ਉਹਦੀ ਗੋਦ 'ਚ ਜਾ ਕੇ, ਗੁਰੂ ਨਾਨਕ ਦੀ 'ਚ, ਉਹ ਕਹਿੰਦਾ ਵੀ ਕਿਉਂ ਝੂਠਾ ਕਹਿਣਾ ਕਿਸੇ ਨੂੰ, ਕਿਉਂ ਕਿਸੇ ਨੂੰ ਮਾੜਾ ਕਹਿਣਾ, ਕਿਉਂ ਚੱਕਰ 'ਚ ਪੈਣਾ ਤੂੰ। ਇਹ ਜਿਹੜੇ ਰੌਲਾ ਪਾਉਣ ਵਾਲੇ ਆ ਨਾ, ਆ ਜਿੰਨੇ ਫਿਰਦੇ ਆ, ਇਹ ਵੀ ਮੇਰੇ ਹੀ ਆ, ਇਹਨਾਂ ਦੀਆਂ ਵੀ ਇਹ ਡਿਊਟੀਆਂ। ਤੂੰ ਜੇ ਸਮਝ ਨਾਲ ਚੱਲਣਾ ਚਾਹੁੰਦਾ, ਉਲਝ ਨਾ। ਝੂਠਾ ਕਿਸ ਕੋ ਆਖੀਆ ਸਾਹਾ, ਕਿਹਨੂੰ ਝੂਠਾ ਆਖੋਗੇ ਬਈ, ਉਹ ਤੋਂ ਬਿਨਾਂ ਹੈ ਹੀ ਕੋਈ ਨਹੀਂ। ਇਹ ਗੱਲਾਂ ਦੱਸ ਕੇ ਕਹਿ ਕੇ ਸਾਡੇ ਬੰਧਨ ਕੱਟੇ ਜਾ ਰਹੇ ਆ। ਕਈ ਵਾਰੀ ਸਾਨੂੰ ਲੱਗਦਾ ਹੁੰਦਾ ਆਹ ਤਾਂ ਮੇਰਾ ਫਰਜ਼ ਹੈ ਯਾਰ, ਆਹ ਮੈਨੂੰ ਕਰਨਾ ਪੈਣਾ, ਆਹ ਕਰਨਾ ਪੈਣਾ। ਜਾਣ ਕੇ ਜਿਹੜਾ ਹਉਮੈ ਹੈ ਨਾ, ਹਉਮੈ ਸੁਪਾਰੀ ਚੱਕਦੀ ਆ ਮੱਲੋ ਮੱਲੀ ਗੱਲਾਂ ਦੀ, ਵੀ ਸਾਡੇ ਬਿਨਾਂ ਫਿਰ ਆਏ ਕਿਵੇਂ। ਤੇ ਸਤਿਗੁਰੂ ਆਹ ਗੱਲਾਂ ਕਹਿ ਕੇ ਸੁਪਾਰੀ 'ਤੇ
ਰੋਕ ਲਾਉਂਦੇ ਆ ਕਿ ਤੂੰ ਕਿਹਨੂੰ ਝੂਠਾ ਕਹਿ ਕੇ ਗਲਤ ਕਹਿ ਕੇ ਉੱਤੇ ਚੜੀ ਜਾਂਦਾ। ਝੂਠਾ ਕਿਸ ਕੋ ਆਖੀਆ ਸਾਹਾ, ਦੂਜਾ ਨਹੀਂ ਕੋਈ, ਦੂਜਾ ਹੈ ਹੀ ਨਹੀਂ। ਤੇਰੀ ਚੇਤਨਾ ਦਾ ਤੀਰ ਤਾਂ ਸਿਰਫ ਇਸ ਗੱਲ ਤੇ ਹੋਣਾ ਚਾਹੀਦਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੇ ਬਾਹਰੀ ਤੌਰ ਤੇ ਸਭੇ ਸਾਂਝੀ ਵਾਲ ਸਦੈਣ, ਕੋਈ ਨਾ ਦਿਸੇ ਵਾਰਾ ਜੀ ਉਹ ਸਾਰੇ ਉਹਦੇ ਆ। ਇਹ ਸੈਟਿੰਗਾਂ ਕਰ ਲਾ ਆਪਦੀ ਚੇਤਨਾ ਦੀਆਂ। ਬਾਹਰ ਦੇਖਣਾ ਤਾਂ ਵੀ ਉਹਨੂੰ, ਉਹਦਾ ਰੂਪ, ਅੰਦਰ ਵੇਖਣਾ ਤਾਂ ਜੋਤ ਸਰੂਪ ਨੂੰ, ਅਣਹਦ ਨਾਦ ਨੂੰ ਸੁਣਨਾ। ਇਹਦੇ ਨਾਲ ਤੇਰਾ ਕੇਸ ਕਲੀਅਰ ਹੁੰਦਾ ਤੁਰਿਆ ਜਾਣਾ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਧ ਹੈ ਧਿਆਵਹਿ ਦਿਨ ਰਾਤ। ਮਹਾਰਾਜ ਕਹਿੰਦੇ ਕਿਵੇਂ ਕੋਈ ਵੰਡੀਆਂ ਪਾ ਸਕਦਾ, ਕਿਵੇਂ ਕਿਸੇ ਨੂੰ ਉੱਚ ਨੀਚ ਕਹਿ ਸਕਦਾ। ਜੇ ਕੋਈ ਗੁਰੂ ਨਾਨਕ ਦੇ ਘਰ 'ਚ ਆ ਕੇ ਵੀ ਕੱਟੜਤਾ ਵਾਲੀਆਂ ਗੱਲਾਂ, ਦੂਜਿਆਂ ਨੂੰ ਨੀਚਾ ਦਿਖਾਉਣ ਵਾਲੀਆਂ ਗੱਲਾਂ, ਨਫ਼ਰਤ ਵਾਲੀਆਂ ਗੱਲਾਂ, ਨਫ਼ਰਤ ਵਾਲੇ ਪ੍ਰਚਾਰ ਕਰਦਾ, ਤਾਂ ਸਮਝ ਲਓ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ। ਜੇ ਕਦੇ ਕਰਿਆ ਤਾਂ ਸੁਣਿਆ ਨਹੀਂ, ਜੇ ਸੁਣ ਲਿਆ ਤਾਂ ਕਦੇ ਉਹਨੇ ਮੰਨਿਆ ਨਹੀਂ। ਇਹ ਤਾਂ ਬਚਪਨ 'ਚ ਹੀ ਬੜੀ ਹੈਰਾਨੀ ਹੁੰਦੀ ਜਦੋਂ ਮਾਪਿਆਂ ਨਾਲ ਕਦੇ ਕੀਰਤਨ ਦੀਵਾਨਾਂ 'ਚ ਜਾਣਾ, ਸਾਂਝੀਆਂ ਥਾਵਾਂ 'ਤੇ ਮੇਲਿਆਂ 'ਤੇ ਆਪਣੇ ਲੱਗਦੀਆਂ, ਦੀਵਾਨ ਲੱਗਦੇ ਆ ਹੋਰ ਹੈ ਨਾ, ਉਹ ਕਿਸੇ ਵੀ ਭਾਈ ਸਾਹਿਬ ਨੇ ਖੜੇ ਹੋਣਾ, ਸਾਰੀ ਸੰਗਤ ਨੂੰ ਸੰਬੋਧਨ ਕਰਨਾ, ਕਹਿਣਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਰੀ ਸੰਗਤ ਨੇ ਵੀ ਕਹਿਣਾ। ਬਸ ਫਿਰ ਜਕਾਰੇ ਦੀ ਗੂੰਜ ਹਲੇ ਖਤਮ ਨਹੀਂ ਹੋਈ ਹੁੰਦੀ ਸੀ, ਉਹਦੀ ਕਿਸੇ ਨਾ ਕਿਸੇ ਦੀ ਨਿੰਦਿਆ ਚੱਕ ਲੈਣੀ, ਕਿਸੇ ਨੂੰ ਉਹਨੂੰ ਜੇ ਉਹ ਜੋ ਵੀ ਹੈ। ਫਿਰ ਪੁੱਛਣਾ ਮਾਂ ਪਿਓ ਨੂੰ ਤੇ ਵੀ ਇਹ 2 ਮਿੰਟ ਪਹਿਲਾਂ ਤਾਂ ਐਂ ਕਹੀ ਜਾਂਦਾ ਸੀ ਸਰਬੱਤ ਦਾ ਭਲਾ, ਹੁਣ ਇਹ ਚੁਣ ਕੇ ਕੋਹੀ ਜਾਂਦਾ ਉਹਨਾਂ ਨੂੰ। ਅਤੇ ਫਿਰ ਹੁਣ ਭਲੇ ਵਾਲੀ ਗੱਲ ਇਹ ਕਿ ਉਹੀ ਕਹਿੰਦੇ ਹੁੰਦੇ ਆ। ਉਹਨਾਂ ਨੇ ਕਹਿਣਾ ਵੀ ਆਪਾਂ ਨੂੰ ਬਾਹਲਾ ਨਹੀਂ, ਤੁਸੀਂ ਆਪਦੇ ਤੱਕ ਸੰਬੰਧ ਰੱਖੋ, ਗੁਰੂ ਦੀ ਬਾਣੀ ਪੜ੍ਹਿਆ ਕਰੋ, ਇਹ ਤਾਂ ਐਂ ਚੱਲਦਾ, ਇਹ ਪੰਥਕ ਮਸਲੇ ਹੁੰਦੇ ਆਏ ਹੁੰਦੇ ਆ। ਜਾਣੀ ਹੌਲੀ ਹੌਲੀ ਚਲੋ ਉਦੋਂ ਤਾਂ ਨਹੀਂ ਪਤਾ ਸੀ, ਪਰ ਜਿੱਦੇ ਜਾਗ ਆਈ, ਜਿੱਦੇ ਕਿਰਪਾ ਕੀਤੀ ਦਸ਼ਮੇਸ਼ ਪਿਤਾ ਨੇ, ਉਹਦੇ ਪਤਾ ਲੱਗਿਆ ਕਿ ਸੁੱਤੇ ਬੰਦੇ ਨੂੰ ਨਹੀਂ ਪਤਾ ਲੱਗਦਾ ਮੈਂ ਮਿੰਟ ਪਹਿਲਾਂ ਕੀ ਕਹਿ ਕੇ ਹਟਿਆ, ਉਸ ਤੋਂ ਬਾਅਦ ਮੈਂ ਕੀ ਕਰੀ ਜਾਂਦਾ। ਚੇਤੇ ਨਹੀਂ ਹੁੰਦੀਆਂ ਇਹ ਗੱਲਾਂ ਕਿ ਮੈਂ ਜਿਹੜੀਆਂ ਖੁਦ ਪਹਿਲਾਂ ਕਹਿ ਕੇ ਹਟਿਆ ਹੁਣ ਉਹਦੇ ਉਲਟ ਚੱਲੀ ਜਾਂਦਾ। ਇਹ ਚੀਜ਼ਾਂ ਜਿੰਨਾ ਚਿਰ ਸੁੱਤਾ ਹੋਇਆ ਉਨਾ ਚਿਰ ਆਈ ਚੱਲਦਾ। ਜਿਵੇਂ ਜਾਗ ਆਉਂਦੀ ਹੈ ਤੁਸੀਂ ਇੱਥੋਂ ਥੋੜ੍ਹਾ ਪਾਸੇ ਹਟਦੇ ਜਾਂਦੇ ਹੋ। ਇਹੀ ਕਾਰਨ ਹੈ ਕਿ ਜਿੰਨਾ ਕੋਈ ਜੁੜਦਾ ਜਾਂਦਾ ਉਹ ਸਮਾਜ 'ਚੋਂ ਥੋੜ੍ਹਾ ਪਾਸੇ ਹੁੰਦਾ ਜਾਂਦਾ। ਇਕੱਲੇ ਰਹਿਣਾ, ਇਕੱਲੇ ਵਿਚਰਨਾ, ਇਕੱਲੇ ਹੀ ਉਹਦੇ ਨਾਲ ਜੋਤ ਨਾਲ ਜੁੜਨਾ, ਇਹ ਚੀਜ਼ਾਂ ਵਾਪਰ ਜਾਂਦੀਆਂ। ਇਹੀ ਕਾਰਨ ਹੈ ਕਿ ਜੁੜਿਆ ਹੋਇਆਂ ਦੀ ਬਾਹਰ ਘਾਟ ਹੈ ਅਤੇ ਸਮਾਜ ਨੂੰ ਉਹਨਾਂ ਦੀ ਲੋੜ ਆ ਬਹੁਤ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਧ ਹੈ ਧਿਆਵੇ ਦਿਨ ਰਾਤ। ਮਹਾਰਾਜ ਕਹਿੰਦੇ ਸਾਰਿਆਂ 'ਚ ਤੂੰ ਹੀ ਵਰਤਦਾ, ਅਤੇ ਸਾਰੇ ਹੀ, ਉਹ ਕੋਈ ਵੀ ਹੋ ਸਕਦਾ ਜਦੋਂ ਤੋਂ ਦੁਨੀਆ ਸਾਜੀ ਹੈ ਅਤੇ ਜਦੋਂ ਤੋਂ ਹੁਣ ਹੈ, ਜਦੋਂ ਤੱਕ ਰਹੂਗੀ, ਤੈਨੂੰ ਹੀ ਧਿਆਉਂਦੇ ਆ ਸਾਰੇ। ਚਿੱਤ 'ਚ ਸਭ ਦੇ ਤੂੰ ਹੀ ਚੱਲਦਾ। ਕੋਈ ਤੈਨੂੰ ਪੈਸੇ ਦੇ ਰੂਪ 'ਚ ਧਿਆਈ ਜਾਂਦਾ, ਕੋਈ ਤੈਨੂੰ ਹੁਸਨ ਦੇ ਰੂਪ 'ਚ ਧਿਆਈ ਜਾਂਦਾ, ਕੋਈ ਤੈਨੂੰ ਜਵਾਨੀ ਦੇ ਰੂਪ 'ਚ ਧਿਆਈ ਜਾਂਦਾ, ਕੋਈ ਤੈਨੂੰ ਨਸ਼ਿਆਂ ਦੇ ਰੂਪ 'ਚ ਧਿਆਈ ਜਾਂਦਾ। ਭੱਜਦੇ ਸਾਰੇ ਤੇਰੇ ਕੰਨੀ ਹੈ, ਕਿਉਂਕਿ ਜਿੱਥੋਂ ਵੀ ਸੁੱਖ ਮਿਲਦਾ ਉਹਨਾਂ ਨੂੰ ਲੱਗਦਾ ਵੀ ਆਨੰਦ ਨੂੰ ਜਾਣ ਵਾਲਾ ਰਾਹ ਇਹੀ ਹੈ। ਭੱਜਦੇ ਸਾਰੇ ਤੇਰੇ ਵੱਲ ਹੀ ਹੈ। ਸਭਨਾ ਵਿੱਚ ਤੂੰ ਵਰਤਦਾ, ਕਿਉਂਕਿ ਤੂੰ ਆਪ ਹੀ ਬੈਠਾ ਨਾ, ਡਾਇਰੈਕਸ਼ਨਾਂ ਵੀ ਆਪ ਹੀ ਦਿੰਦਾ। ਸਭ ਤੁਧ ਹੈ ਧਿਆਵੇ ਦਿਨ ਰਾਤ, ਸਾਰੇ ਦਿਨ ਰਾਤ ਤੇਰੇ ਕੋਈ ਆਰਤੀ ਕਰਦੇ ਆ। ਐਂਡ 'ਤੇ ਤੂੰ ਹੀ ਨਿਕਲਿਆ ਆਉਣਾ, ਬਾਹਰੋਂ ਰੂਪ ਕੋਈ ਹੋਰ ਹੋ ਸਕਦਾ। ਸਭ ਤੁਧ ਹੀ ਥਾਵਹੁ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰ ਹੈ ਇੱਕ ਦਾਤ। ਹੇ ਮੇਰੇ ਪਰਮ ਪਿਤਾ, ਮੇਰੇ ਪਰਮਾਤਮਾ, ਮੇਰੇ ਸਾਹਾ, ਮੈਂ ਤਾਂ ਵੇਖ ਰਿਹਾ ਹੈ ਸਾਰੇ ਸੰਸਾਰ ਵਿੱਚ ਕਿ ਸਭ ਤਾਂ ਇੱਥੋਂ ਹੀ ਮੰਗਦੇ ਆ, ਤੇਰੇ ਅੱਗੇ ਹੀ ਹੱਥ ਅੜਦੇ ਆ ਸਾਰੇ। ਅਤੇ ਹੱਥ ਵੀ ਤੂੰ ਆਪ ਹੀ ਅੜਦਾ ਜਦੋਂ ਉਹਨਾਂ 'ਚ ਤੂੰ ਬੈਠਾ ਹੀ ਆਪ ਆ। ਇੱਕ ਖੇਡ ਹੀ ਤੇਰੀ ਆ ਸੌਰੀ। ਜਿੱਦੇ ਇਹ ਖੇਡ ਖੁੱਲ੍ਹ ਜਾਂਦੀ ਹੈ ਨਾ ਗੰਢ ਜੀ, ਉਹਦੇ ਫਿਰ ਆਪਣਾ ਪਰਾਇਆ ਕੁਛ ਵੀ ਨਹੀਂ ਰਹਿੰਦਾ। ਬਸ ਇੱਕ ਉਹਦੀ ਪਰਮ ਊਰਜਾ, ਪਰਮ ਸ਼ਾਂਤੀ, ਕਣ ਕਣ ਦੇ ਵਿੱਚ ਉਹਦੇ ਦਰਸ਼ਨ। ਜਦੋਂ ਹੀ ਟਾਈਮ ਮਿਲਿਆ, ਨੇਤਰ ਬੰਦ ਤਾਂ ਅੰਦਰੋਂ ਉਹਦੇ ਦਰਸ਼ਨ, ਅੱਖਾਂ ਖੁੱਲ੍ਹੀਆਂ ਤੋਂ ਵੀ ਦਰਸ਼ਨ, ਬੰਦ ਤੋਂ ਵੀ ਦਰਸ਼ਨ।
ਸ਼ੁਰੂਆਤ ਆ ਜਦੋਂ ਸੁਣਨਾ ਪੈਂਦਾ ਉਹਦੇ ਨਾਦ ਨੂੰ, ਪ੍ਰਕਾਸ਼ ਨੂੰ ਦੇਖਣਾ ਪੈਂਦਾ, ਪਰ ਫਿਰ ਤਾਂ ਸਾਰਾ ਹੀ ਪ੍ਰਕਾਸ਼ ਰੂਪ ਉਹਦਾ ਹੋ ਜਾਂਦਾ, ਸਾਰੀਆਂ ਆਵਾਜ਼ਾਂ ਹੀ ਉਹਦੀਆਂ ਹੋ ਜਾਂਦੀਆਂ, ਬਿਨ ਸੁਣਿਆ ਵੀ ਸੁਣਦਾ। ਸਭ ਜੀ ਤੇਰੇ ਤੂੰ ਸਭ ਦਾ ਮੇਰੇ ਸਾਹਾ, ਸਭ ਤੁਧ ਹੀ ਮਾਹੇ ਸਮਾਹੇ। ਸਤਿਗੁਰੂ ਕਹਿੰਦੇ ਸਾਰੇ ਸੰਸਾਰ ਦੇ ਜੀ ਤੇਰੇ ਹੀ ਆ, ਸਭ ਜੀ ਤੇਰੇ। ਕਿਵੇਂ ਕਹਿ ਦਈਏ ਨੀਵਾਂ ਕਿਸੇ ਨੂੰ, ਕਿਵੇਂ ਕਹਿ ਦਈਏ ਤੂੰ ਦੂਰ ਬਹਿ ਜਾ। ਸਭ ਜੀ ਤੇਰੇ, ਤੂੰ ਸਭ ਸਦਾ, ਤੂੰ ਕਿਹਦਾ ਨਹੀਂ ਹੈ। ਤੂੰ ਤਾਂ ਆਪਦਾ ਧਰਮ ਦੂਤ ਪਹਿਲੇ ਦਿਨ ਤੋਂ ਹੀ ਨਾਲ ਤੋਰ ਦੇਣਾ ਹੈ ਪਵਨ ਗੁਰੂ ਦੇ ਰੂਪ 'ਚ। ਤੇ ਜਿੱਥੇ ਜਿਹਨੂੰ ਗੁਰੂ ਨਾਨਕ ਨੇ ਗੁਰੂ ਕਿਹਾ ਉਹ ਹਾਜ਼ਰ ਹੈ, ਤੂੰ ਤਾਂ ਹਾਜ਼ਰ ਰਹਿਣਾ ਹੀ ਆ, ਤੇਰੀ ਤਾਂ ਕਿਰਪਾ। ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਧ ਹੀ ਮਾਹੇ ਸਮਾਹੇ। ਸਭ ਨੇ ਤੇਰੇ 'ਚ ਹੀ ਸਮਾ ਜਾਣਾ। ਇੱਕ ਸਿਸਟਮ ਹੈ ਜਿਹਦੇ ਅਧੀਨ ਸਾਰਾ ਕੁਝ ਚੱਲ ਰਿਹਾ। ਬਸ ਹੁਣ ਜਾਗੇ ਤੋਂ ਬਾਅਦ ਕੁਝ ਗੱਲਾਂ ਪਤਾ ਲੱਗਦੀਆਂ ਹੁੰਦੀਆਂ, ਜਿਵੇਂ ਮੰਨ ਲਓ 100 ਮੰਜ਼ਲੀ ਇਮਾਰਤ ਹੈ, ਆਪਾਂ 100ਵੀਂ ਮੰਜ਼ਿਲ ਤੱਕ ਪਹੁੰਚਣਾ, ਤੇ ਆਪਾਂ ਨੂੰ ਜਿਹੜੇ ਇਦੋਂ ਪਹਿਲਾਂ ਪਤਾ ਹੈ ਉਹ ਜਿਹਨੇ ਦੱਸਿਆ, ਉਹਨੇ ਦੱਸਿਆ ਕਿ ਭਾਈ ਆਹ ਪੌੜੀਆਂ ਜਾਂਦੀਆਂ, ਇਹਦੇ ਰਾਹੀਂ ਜਾਣਾ ਪੈਣਾ। ਇੱਕ ਪੌੜੀ ਇੱਕ ਜਨਮ ਮੰਨ ਲਓ, ਇੱਕ ਪੌੜੀ ਇੱਕ ਜਨਮ ਮੰਨ ਲਓ। ਜਿਹੜਾ ਤੁਰ ਪਿਆ ਉਹਨੇ ਕਿਸੇ ਨਾ ਕਿਸੇ ਸਮੇਂ 100 ਸਾਲ ਨੂੰ, 200 ਸਾਲ ਨੂੰ, 400, 500, 1000 ਸਾਲ ਨੂੰ ਪਹੁੰਚ ਹੀ ਜਾਣਾ। ਕਿਉਂਕਿ ਸਾਲ ਵੀ ਤਾਂ ਸਾਡੀਆਂ ਜੰਤਰੀਆਂ 'ਚ ਸਾਡੇ ਲਈ ਆ, ਉਹਦੇ ਲਈ ਤਾਂ ਸਾਲ ਹੀ ਹੈ ਨਹੀਂ, ਉਹਦੇ ਲਈ ਤਾਂ ਕੋਈ ਗਿਣਤੀ ਮਿਣਤੀ ਨਹੀਂ, ਸਮਾਂ ਹੈ ਹੀ ਨਹੀਂ। ਇਹ ਤਾਂ ਜਦੋਂ ਗੁਰਮੁਖ ਉਹ ਗੱਲ ਬਣਦੀ ਹੈ ਨਾ, ਖੇਡ ਬਣਦੀ ਹੈ, ਤੁਹਾਡੀ ਚੇਤਨਾ ਨੂੰ ਉੱਥੇ ਲੈ ਜਾਂਦੀ ਹੈ ਉਹ ਸੱਤਾ ਜਿੱਥੇ ਨਾ ਦਿਨ ਆ ਨਾ ਰਾਤ ਆ। ਉੱਥੇ ਪਤਾ ਲੱਗਦਾ ਵੀ ਇੱਥੇ ਫਿਰ ਹੁਣ ਸਮੇਂ ਨੂੰ ਕੀ ਨਾਪਿਆ ਜਾਵੇ, ਕੁਛ ਵੀ ਨਹੀਂ ਹੈ। ਸੁਨ ਮੰਡਲਿਕ ਜੋਗੀ ਵੈਸੇ, ਨਾਰ ਨਾ ਪੁਰਖ ਕਹੂੰ ਕੋ ਕੈਸੇ। ਉਹ ਮੰਡਲ ਹੀ ਐਸਾ, ਉੱਥੇ ਨਾ ਬੰਦਾ ਨਾਰ ਰਹਿੰਦਾ ਨਾ ਪੁਰਖ ਰਹਿੰਦਾ, ਇੱਕ ਬਸ ਊਰਜਾ ਦਾ ਮੰਡਲ ਜਿਹਾ, ਕੁਛ ਵੀ ਨਹੀਂ। ਕਿਵੇਂ ਨਾਪਾਂਗੇ? ਮਹਾਰਾਜ ਕਹਿੰਦੇ ਉਹ ਚੱਲਦਾ। ਪਰ ਜਾਣਾ ਪੌੜੀਆਂ ਰਾਹੀਂ ਪੈਣਾ, ਤੇ ਉੱਥੇ ਨਵੇਂ ਰੂਪ ਦੇ ਵਿੱਚ ਲਿਫਟ ਵੀ ਲੱਗੀ ਹੋਈ ਆ। ਉਹ ਜਿਹੜੀ ਲਿਫਟ ਆ ਉਹਦਾ ਦੱਸ ਕੋਈ ਪਾਉਂਦਾ ਜਾਗਿਆ ਹੋਇਆ, ਕਿਉਂਕਿ ਪੌੜੀਆਂ ਰਾਹੀਂ ਜਦੋਂ ਲੰਘਦੇ ਆ ਤੇ ਰਾਹ 'ਚ ਸਾਥੋਂ ਕਮਾਈਆਂ ਕਰਨ ਵਾਲੇ ਜਿਨ੍ਹਾਂ ਦਾ ਕਾਰੋਬਾਰੀ ਸਾਡੇ ਲੰਘਣ ਨਾਲ ਚੱਲਦਾ ਹੈ, ਉਹਨਾਂ ਦੇ 99 ਬੰਦਿਆਂ ਦਾ ਥੱਲੇ ਤੋਂ ਜ਼ੋਰ ਲੱਗਿਆ ਕਿ ਪ੍ਰੇਰਨਾ ਦੇ ਕੇ ਤੁਹਾਨੂੰ ਉੱਧਰ ਹੀ ਲੈ ਕੇ ਜਾਣ, ਤੇ ਉਹ ਸਾਰੇ ਪ੍ਰੇਰਨਾ ਤੁਹਾਨੂੰ ਪੌੜੀਆਂ ਦੀ ਦਿੰਦੇ ਆ। ਤੇ ਉਹ ਸਾਰਿਆਂ 'ਚੋਂ ਇੱਕ ਕੋਈ ਉਹਦਾ ਪਿਆਰਾ ਜਿਹਨੂੰ ਤਾਹਾਂ ਤੋਂ ਭੇਜਦਾ ਲਿਫਟ ਰਾਹੀਂ, ਜਿਹਨੂੰ ਅਸੀਂ ਅਵਤਾਰ ਕਹਿੰਦੇ ਆ, ਉਹ ਪੌੜੀਆਂ ਰਾਹੀਂ ਨਹੀਂ ਆਉਂਦਾ, ਨਾ ਉਹ ਪੌੜੀਆਂ ਰਾਹੀਂ ਜਾਂਦਾ, ਉਹ ਸਿੱਧਾ ਆਇਆ। ਸਾਧਨ ਤਾਂ ਸਾਡੇ ਵਾਲੀ ਵਰਤਨੇ ਜੋ ਸਾਡੇ 'ਚ ਉਤਰਨਾ, ਉਹ ਰੌਲਾ ਪਾਉਂਦਾ ਵੀ ਉਹ ਇੱਧਰ ਆ ਜਾਓ, ਮਾੜਾ ਜਿਹਾ ਇੱਧਰ ਆ ਜਾਓ। ਆਹ ਲਿਫਟ ਆ ਜਿਹੜੀ ਨਾ, ਇਹਨੂੰ ਪਵਨ ਗੁਰੂ ਕਿਹਾ ਲਿਫਟ ਨੂੰ, ਗੁਰੂ ਨਾਨਕ ਦੇਵ ਨੇ। ਇਹ ਬਾਹਰਲੇ ਪਾਸਿਓਂ ਦੀ ਚੜ੍ਹਨ ਦੀ ਬਜਾਏ, ਇੱਧਰ ਉੱਧਰ ਡੰਡਕ ਮੰਡਨ ਕਰਨ ਦੀ ਬਜਾਏ, ਕਰਮ ਕਾਂਡ ਭੱਜ ਨੱਠ, ਸਰੀਰ ਨੂੰ ਤਰੋੜਨਾ ਮਰੋੜਨਾ, ਐਂ ਕਰਨਾ ਸਾਰਾ ਕੁਛ ਬਾਹਰ ਹੈ। ਇਹ ਪੌੜੀਆਂ ਜਾਣਾ ਇਹਨਾਂ ਰਾਹੀਂ ਵੀ ਹੈ, ਜਾ ਵੀ ਵੜਦੇ, ਵੀ ਝੂਠ ਨਹੀਂ, ਪਰ ਇੰਨਾ ਔਖਾ ਹੋਣ ਦੀ ਵੀ ਕੀ ਲੋੜ ਆ ਜੇ ਲਿਫਟ ਹੈਗੀ ਆ ਤਾਂ ਫਿਰ ਜਿਹੜਾ ਉਹਦਾ ਕਹਿਣਾ ਮੰਨ ਲੈਂਦਾ ਹੈ, ਉਹ ਸਤਿਗੁਰੂ ਦਾ ਕਹਿਣਾ ਮੰਨ ਲੈਂਦਾ ਵੀ ਹਾਂ ਪਵਨ ਗੁਰੂ ਆ, ਹਾਂ ਬਹਿ ਜਾ ਆਉਂਦੇ ਜਾਂਦੇ ਸਵਾਸਾਂ ਨੂੰ ਵੇਖ, ਤੇਰਾ ਲਿਫਟ ਵਾਲਾ ਪੁਆਇੰਟ ਖੁੱਲ੍ਹ ਜਾਣਾ, ਇੱਕੇ ਦਮ ਹੀ 100ਵੀਂ ਮੰਜ਼ਿਲ 'ਤੇ ਜਾ ਵੱਜਣਾ, ਖੁੱਲ੍ਹ ਜਾਣੀ ਆ ਤਿਰਕੁਟੀ ਤੇਰੀ। ਈੜਾ ਪਿੰਗਲਾ ਸੁਖਮਣਾ ਲੰਘ, ਅਗਲੇ ਤੈਨੂੰ ਉਹ ਮਿਲਣੇ ਆ ਖੇਤਰ ਦਸਮ ਦੁਆਰ ਦੇ, ਚੜ੍ਹਦੀਆਂ ਕਲਾ, ਹਰ ਵੇਲੇ ਖੁਸ਼ੀਆਂ ਖੇੜੇ। ਇੱਥੇ ਰਹਿਣਾ ਉਹ ਵੀ ਰਜਾ 'ਚ ਹੱਸਦੇ ਖੇਡਦੇ, ਅੱਗੇ ਜਾਣਾ ਉਹ ਪਹਿਲਾਂ ਹੀ ਪਤਾ ਕਿੱਥੇ ਜਾਣਾ। ਇਹ ਸਾਰਾ ਸਿਸਟਮ ਗੁਰੂ ਦੇ ਕੇ ਤੋਰਦਾ। ਅਤੇ ਮਹਾਰਾਜ ਕੀ ਕਹਿੰਦੇ ਆ, ਸਭਨਾ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਧ ਹੀ ਮਾਹੇ ਸਮਾਹੇ। ਸਮਾਉਣਾ ਤੇਰੇ 'ਚ ਹੀ ਆ ਸਾਰਿਆਂ ਨੇ, ਪੌੜੀਆਂ ਵਾਲਿਆਂ ਨੇ ਵੀ ਤੇਰੇ 'ਚ ਹੀ ਆ ਜਾਣਾ, ਜਿਹੜੇ ਉਹੀ ਗੇੜੇ ਦਿੰਦੇ ਫਿਰਦੇ ਲਾਮੀ ਉਹ ਮਾਰਤ ਦੇ, ਉਹ ਵੀ ਕਿਸੇ ਦਿਨ ਆ ਜਾਣਗੇ। ਵਾਰੀ ਆਈ ਜਾਣੀ ਆ, ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਅਤੇ ਐਡੇ ਫਿਰ ਸੰਸੇ ਕਰਨ ਦੀ ਵੀ ਲੋੜ ਨਹੀਂ। ਜੇ ਤੁਹਾਡਾ ਦੁਨੀਆ 'ਚ ਜੀ ਲੱਗਦਾ ਹੈ, ਤੁਹਾਨੂੰ ਇਹ ਦੁਨੀਆ ਰੰਗਲੀ ਲੱਗਦੀ ਹੈ,
ਤੁਹਾਨੂੰ ਜਿੱਥੇ ਰਹਿੰਦੇ ਹੋ ਉਸੇ ਆਸੇ-ਪਾਸੇ ਦਾ ਹੀ ਪਿਆਰ ਆਉਂਦਾ। ਤੁਸੀਂ ਰਹਿਣਾ ਚਾਹੁੰਦੇ ਹੋ ਰਹਿ ਲਓ, ਕੋਈ ਨਹੀਂ। 1 ਜਨਮ 2 ਜਨਮ 5 ਜਨਮ ਆਪਣੀ ਆਪ ਦੀ ਖੇਡ ਹੈ, ਕਿਹੜਾ ਕਿਸੇ ਦਾ ਕੁਛ ਹੈ। ਤੁਹਾਨੂੰ ਮਾਲਕ ਬਣਾ ਕੇ ਤੋਰਿਆ ਯਾਰ, ਮਰਜ਼ੀ ਦੇ, ਬਿਲਕੁਲ ਆਜ਼ਾਦੀ 100%। ਤੁਸੀਂ ਕਹੋ ਮੈਂ ਤਾਂ 100 ਜਨਮ ਨਹੀਂ ਜਾਣਾ, ਨਾ ਜਾਓ। ਉੱਥੇ ਕਿਹੜਾ ਕੋਈ ਥੁੜਿਆ ਪਿਆ ਕੁਛ ਕਿਸੇ ਦਾ। ਆਹੀ ਕੁਛ ਹੈ, ਬਸ ਚੱਲੀ ਜਾਣਾ ਇਹ। ਇਹਨੂੰ ਪਰ ਜਾਗੇ ਹੋਏ ਕਹਿੰਦੇ ਵੀ ਇਹ ਦੁੱਖ ਆ, ਸੱਚੀ ਹੈ ਵੀ ਦੁੱਖ। ਇੱਕੋ ਹੀ ਗੱਲ ਵਾਰੀ ਕਰੀ ਜਾਣੀ, ਉਹਦੇ 'ਚ ਉਲਝੀ ਜਾਣਾ, ਚੇਤਨਾ ਨੇ ਤੜਫੀ ਜਾਣਾ, ਪਰ ਸੱਚੀ ਦੁੱਖ ਲੱਗਦਾ। ਅਤੇ ਉਹ ਕਹਿੰਦੇ ਉਹ ਭਰਾਵਾ ਆ ਜਾ, ਕਿਉਂ ਵਾਰੀ ਤੂੰ ਕਿੰਨੇ ਜਨਮ ਹੋ ਗਏ, ਤੂੰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਕਿਉਂ ਕਾਲਾ ਸਿਆ ਹੋਇਆ ਫਿਰਦਾ, ਤੂੰ ਦੁੱਧ ਵਰਗਾ ਚਿੱਟਾ ਸੈ, ਚੜ੍ਹਦੀ ਕਲਾ 'ਚ ਰਹਿਣ ਵਾਲਾ ਸੈ। ਆ ਜਾ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਲਾ ਯਾਰ। ਪਛਾਣ ਤੈਨੂੰ ਹੋਣੀ ਅੰਦਰ ਜਾ ਕੇ। ਅੰਦਰ ਜਾਣ ਦਾ ਇੱਕ ਹੋਰ ਆ, ਆਉਂਦੇ ਜਾਂਦੇ ਸਾਹਾਂ ਨੂੰ ਮਹਿਸੂਸ ਕਰ, ਹੋ ਜਾਣੀ ਹੈ ਚੜ੍ਹਦੀ ਕਲਾ ਮਿੱਤਰਾ। ਅਤੇ ਮਹਾਰਾਜ ਕਹਿੰਦੇ ਤੇਰੇ 'ਚ ਹੀ ਸਮਾ ਜਾਣਾ ਸਭ ਨੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਧ ਹੈ ਧਿਆਵੇ ਮੇਰੇ ਸਾਹ। ਕਿੰਨਾ ਵਧੀਆ ਲੱਗਦਾ ਜਦੋਂ ਕਿਸੇ ਨੂੰ ਕਹਿਣਾ ਪੈਂਦਾ ਮੇਰੇ। ਉਹ ਮੇਰਿਆ, ਮੇਰਾ ਬਾਪੂ, ਮੇਰੀ ਮਾਂ, ਮੇਰੀ ਭੈਣ, ਮੇਰਾ ਦੋਸਤ, ਮੇਰਾ ਮਹਿਬੂਬ। ਮੇਰਾ ਇੱਕ ਮੈਂ ਵਾਲਾ ਮੇਰਾ ਹੁੰਦਾ, ਉਹ ਥੋੜ੍ਹਾ ਹੋਰ ਹੁੰਦਾ, ਉਹ ਬਾਹਰੀ ਤੌਰ 'ਤੇ ਖਿੱਚ ਜਾਂਦਾ। ਇੱਕ ਆ ਮੇਰਾ ਹੁੰਦਾ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਕਿਉਂਕਿ ਇੱਕ ਮਿੱਕਤਾ ਹੋ ਗਈ। ਹੁਣ ਮੇਰਾ ਲੱਗਦਾ, ਹੁਣ ਉਹਦੇ ਜਣ ਬਣ ਚੁੱਕੇ ਆ, ਉਹਦੇ ਪਿਆਰੇ ਆ, ਉਹਦੇ ਭਗਤ ਹੈ। ਭਗਵਾਨ ਨੂੰ ਭਗਤ ਪਿਆਰੇ ਬਹੁਤ ਹੁੰਦੇ ਆ। ਚੜ੍ਹਦੀ ਕਲਾ ਰੱਖਦਾ ਹਰ ਪੱਖੋਂ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਧ ਹੈ ਧਿਆਵ ਹੈ ਮੇਰੇ ਸਾਹ। ਸਾਰੇ ਤੈਨੂੰ ਹੀ ਧਿਆਉਂਦੇ ਆ। ਚਿੱਤ ਦੇ ਵਿੱਚ ਚਿਤਵਨੀ ਜਿਹੜੀ ਚੱਲਦੀ ਐਂਡ ਤੇਰੇ 'ਤੇ ਮੁੱਕਣੀ ਆ। ਧਿਆ ਭਾਵੇਂ ਕੋਈ ਪੈਸੇ ਨੂੰ ਰਿਹਾ, ਐਂਡ ਤੂੰ ਆ। ਜਿਹੜੀ ਚੀਜ਼ ਨੂੰ ਮਰਜ਼ੀ ਧਿਆ ਰਿਹਾ, ਜਿਹੜੀ ਚੀਜ਼ ਨੂੰ ਮਰਜ਼ੀ ਧਿਆ ਰਿਹਾ, ਕਿਉਂਕਿ ਤੈਥੋਂ ਬਿਨਾਂ ਹੈ ਹੀ ਹੋਰ ਕੁਛ ਨਹੀਂ। ਮੈਨੂੰ ਤਾਂ ਇਹ ਸਮਝ ਆਈ ਆ। ਬੜੀਆਂ ਚੜ੍ਹਦੀਆਂ ਕਲਾਂ। ਜਿਉ ਭਾਵ ਹੈ ਤਿਉ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਆਹ ਸਰੈਂਡਰ ਹੈ, ਇਹ ਹੱਥ ਖੜੇ ਆ। ਜੇ ਇਹ ਕਹੇ ਵੀ ਮੈਨੂੰ ਥੋੜ੍ਹਾ ਜਿਹਾ ਚੀਜ਼ਾਂ ਦੇ ਦੇ, ਫਿਰ ਜਿਵੇਂ ਮਰਜ਼ੀ ਰੱਖੀ ਜਾਈ, ਇਹ ਸਰੈਂਡਰ ਨਹੀਂ ਹੈ। ਉਹ ਕਠਾਲੀ 'ਚ ਜਿਹੜੀ ਆ ਸੰਸਾਰ ਦਾ ਨਿਯਮ ਆ, ਪੈਣਾ ਪੈਂਦਾ। ਉਹ ਸੱਟਾਂ ਝੱਲਣੀਆਂ ਪੈਂਦੀਆਂ। ਸਿਉਣਾ ਕਠਾਲੀ 'ਚ ਪੈ ਕੇ ਬਣਦਾ। ਜੇ ਐਵਰੈਸਟ ਦੀ ਚੋਟੀ 'ਤੇ ਚੜ੍ਹਨਾ ਤਾਂ ਆਹ ਜਿਹੜਾ ਵਾਧੂ ਵਧਾਇਆ ਵਾ 20-30 ਕਿਲੋ ਵੇਟ ਆ, ਘਟਾਉਣਾ ਪੈਣਾ ਹੈ। ਸਾਧਨਾ 6 ਮਹੀਨੇ ਸਾਲ ਕਰਨੀ ਪੈਣੀ ਹੈ, ਉਹਦੇ ਯੋਗ ਹੋਣਾ ਪੈਣਾ ਹੈ। ਇਵੇਂ ਜਿਵੇਂ ਸਤਿਗੁਰੂ ਕਹਿੰਦੇ ਜਿਉਂ ਭਾਵ ਹੈ ਤਿਉਂ ਰਾਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਹੁਣ ਤੂੰ ਦੇਖਣਾ ਹੈ। ਉਹ ਟ੍ਰੇਨਰ ਜਾਣਦਾ ਹੈ ਕਿ ਇਹ ਜਿੱਥੋਂ ਦੀ ਮੈਂ ਇਹਨੂੰ ਲੰਘਾਉਣਾ ਹੈ, ਉਹਦੇ ਵਿੱਚ ਦੀ ਲੰਘਣ ਜੋਗਾ ਤਾਂ ਹੈ ਹੀ ਨਹੀਂ। ਫਿਰ ਉਹਦੇ ਮੇਚ ਦਾ ਕਰਨਾ ਟ੍ਰੇਨਰ ਨੇ। ਅਤੇ ਕਬੀਰ ਸਾਹਿਬ ਕਹਿੰਦੇ ਉਹ ਗਲੀ ਅੱਤ ਭੀੜੀ ਸੰਕਰੀ ਬਹੁਤ ਆ, ਜਾਂ ਮੈਂ ਦੋ ਨਾ ਸਮਾਏ। ਉੱਥੇ ਦੋ ਨਹੀਂ ਸਮਾ ਸਕਦੇ, ਦੂਜਾ ਭਾਉ ਨਹੀਂ ਚੱਲ ਸਕਦਾ। ਇੱਕੋ ਭਾਅ 'ਚ ਲਿਆਉਣਾ ਤੈਨੂੰ। ਤੇਰਾ ਦੂਜਾ ਭਾਉ ਖਤਮ ਕਰਨ ਲਈ ਟ੍ਰੇਨਰ ਨੇ, ਗੁਰੂ ਨੇ, ਸਤਿਗੁਰੂ ਨੇ ਬਹੁਤ ਕੁਛ ਕਰਨਾ ਤੇਰੇ ਨਾਲ। ਤੈਨੂੰ ਐਂ ਨਿਘਾ ਦੇਣਾ ਸੂਈ ਦੇ ਨਖਾਰੇ ਥਾਣੀ। ਤਿਆਰ ਰਹਿ। ਤੇਰਾ ਵਿਸ਼ਵਾਸ, ਤੇਰਾ ਪਿਆਰ, ਤੇਰਾ ਰਹੇ ਕਿ ਮੈਂ ਗੁਰੂ ਨਾਨਕ ਦਾ ਬੱਚਾ, ਗੁਰੂ ਨਾਨਕ ਦੇ ਘਰ 'ਚ ਸਿਲੈਕਟ ਹੋ ਗਿਆ। ਅਤੇ ਇਦੋਂ ਬਾਅਦ ਉਹਦੇ ਹੱਥ ਵੱਸ ਆ, ਚੱਲਣ ਦੇ ਜੋ ਚੱਲਦਾ। ਜਿਉਂ ਭਾਵ ਹੈ ਤਿਉਂ ਰਾਖ ਤੂੰ ਮੇਰੇ ਪਿਆਰੇ, ਜਿਉਂ ਭਾਵ ਹੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਨਾਨਕ ਦੇ ਨਾਮ ਦੀ ਮੋਹਰ ਲਾਈ ਆ। ਕਿਹਨੂੰ ਕਹਿੰਦੇ ਆ ਨਾਨਕ? ਪਾਤਸ਼ਾਹ। ਉਹ ਪਰਬਤਗਾਰ, ਉਹ ਇੱਕ ਓਂਕਾਰ ਸਤਨਾਮ ਦੀ ਸੱਤਾ ਵਾਲਾ, ਜਿਹਦਾ ਨਾਮ ਇੱਕ ਓਂਕਾਰ ਸਤਨਾਮ ਹੈ, ਜਿਹਦਾ ਨਾਮ ਇੱਕ ਓਂਕਾਰ ਹੈ। ਸੱਚਾ ਨਾਮ ਤਾਂ ਕਿਹਾ ਗਾਹਾਂ ਬਾਦਸ਼ਾਹ ਨੇ। ਉਹ ਓਂਕਾਰ ਦੀ ਧੁਨੀ ਨੂੰ ਗੁੰਜਾਉਣ ਵਾਲਾ, ਉਹ ਸੱਚਾ ਸਹਿਣਸਾ, ਪਰਬਤਗਾਰ, ਜਗਦੀਸ਼ਰ, ਜਗਤ ਦਾ ਈਸ, ਪਰਮ ਪਿਤਾ ਪਰਮਾਤਮਾ, ਜਿਹਨੂੰ ਅਸੀਂ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਹਾਂ। ਉਹ ਨਾਨਕ ਦਾ ਸੱਚਾ ਪਾਤਸ਼ਾਹ। ਉਹ ਪਾਤਸ਼ਾਹ ਜਿਉਂ ਭਾਵ ਹੈ। ਜਿਉਂ ਭਾਵਾ ਕਿਉਂ ਕਹਿਣਾ ਪੈਂਦਾ? ਉਹ ਤਾਂ ਪਹਿਲਾਂ ਹੀ ਮਾਲਕ ਆ ਵੀ। ਉਹ ਤਾਂ ਪਹਿਲਾਂ ਹੀ ਮਾਲਕ ਆ। ਜਿਵੇਂ ਮਰਜ਼ੀ ਪਹਿਲਾਂ ਵੀ ਰੱਖ ਹੀ ਸਕਦਾ, ਪਰ ਇੱਕ ਵਿਧਾਨ ਹੈ, ਕੁਦਰਤ ਦਾ ਨਿਯਮ ਹੈ। ਜਿਵੇਂ
ਉਦਾਹਰਨਾਂ ਥੋੜ੍ਹੀਆਂ ਹੋਰੂ ਹੋ ਜਾਂਦੀਆਂ ਕਿ ਜਿਵੇਂ ਆਪਣੇ ਚੱਲਦਾ ਸਮਾਜ 'ਚ ਕਿ ਪਾਰਟੀ ਦੇ ਜਿਹੜੇ ਮੈਂਬਰ ਹੁੰਦੇ ਆ, ਜਿਹੜੇ ਵਰਕਰ ਹੁੰਦੇ ਆ, ਜਾਂ ਜਿਹੜੇ MLA ਆ, ਜਾਂ ਜਿਹੜੇ ਜਥੇਦਾਰ ਆ, ਉਹਨਾਂ ਕੋਲ ਅਧਿਕਾਰ ਹੁੰਦਾ ਕਿ ਉਹ ਆਪਣੇ ਆਪਣੇ ਖੇਤਰ ਦੀ ਗੱਲ ਕਰਨ ਅਤੇ ਉਹਨਾਂ ਦਾ ਇੱਕ ਸਿਸਟਮ ਹੈ, ਆਪਣੀ ਰਾਏ ਰੱਖਦੇ ਆ। ਪਰ ਇੱਕ ਪੁਆਇੰਟ ਆਉਂਦਾ ਜਿੱਥੇ ਆ ਕੇ ਉਹ ਪ੍ਰਧਾਨ ਨੂੰ ਅਧਿਕਾਰ ਦੇ ਦਿੰਦੇ ਆ ਲਿਖਤੀ ਰੂਪ 'ਚ ਕਿ ਸਾਡੇ ਵੱਲੋਂ ਤੁਹਾਨੂੰ ਅਧਿਕਾਰ ਆ, ਤੁਸੀਂ ਜੋ ਫੈਸਲਾ ਪੰਥ ਦੇ ਭਲੇ ਲਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਹੁਣ ਪ੍ਰਧਾਨ ਤਾਂ ਪਹਿਲਾਂ ਵੀ ਵੱਡਾ ਹੀ ਆ, ਫੈਸਲਾ ਕਰ ਸਕਦਾ, ਪਰ ਕੁਛ ਵਿਧਾਨ ਨੇ ਜਿਹੜੇ ਰੋਕਦੇ ਆ, ਕਹਿੰਦੇ ਨਹੀਂ, ਦੂਜਿਆਂ ਦਾ ਵੀ ਆਪਣੀ ਆਪਣੀ ਆਇਡੈਂਟੀਟੀ ਹੈ, ਤੁਸੀਂ ਥੋਪ ਨਹੀਂ ਸਕਦੇ, ਉਹਨਾਂ ਦੀ ਸਹਿਮਤੀ ਲਓ। ਕਰਤੇ ਪੁਰਖ ਦੇ ਸਿਸਟਮ ਦੇ ਵਿੱਚ ਵੀ ਨਿਯਮਾਂ ਦੇ ਤਹਿਤ ਕੰਮ ਚੱਲਦਾ। ਜਿੰਨਾ ਚਿਰ ਤੁਸੀਂ ਗੁਰੂ ਨੂੰ ਸਮਰਪਿਤ ਨਹੀਂ ਹੁੰਦੇ, ਗੁਰੂ ਵੀ ਤੁਹਾਨੂੰ ਮੱਲੋ ਮੱਲੀ ਚੱਕ ਨਹੀਂ ਸਕਦਾ, ਕਿਉਂਕਿ ਨਿਰੰਕਾਰ ਦਾ ਹੁਕਮ ਹੈ ਕਿ ਹਰ ਇੱਕ ਨੂੰ ਪੂਰੀ ਆਜ਼ਾਦੀ ਹੈ। ਕੋਈ ਕਿਸੇ ਨੂੰ ਮੰਨਣਾ ਚਾਹੁੰਦਾ ਮੰਨੇ, ਨਹੀਂ ਮੰਨਣਾ ਚਾਹੁੰਦਾ ਨਾ ਮੰਨੇ, ਧਰਮ ਦੇ ਖੇਤਰ 'ਚ ਆਉਣਾ ਚਾਹੁੰਦਾ ਆਵੇ, ਨਹੀਂ ਆਉਣਾ ਚਾਹੁੰਦਾ ਨਾ ਆਵੇ। ਬੇਸ਼ੱਕ ਮੇਥੋਂ ਵੀ ਇਨਕਾਰ ਕਰਦੇ ਕਿ ਮੈਂ ਨਹੀਂ ਮੰਨਦਾ, ਇਹ ਸੱਤਾ ਹੁੰਦੀ ਹੈ, ਨਾ ਮੰਨੇ, ਉਹਦੇ ਲਈ ਵੀ ਜਗ੍ਹਾ। ਅਤੇ ਉੱਥੇ ਫਿਰ ਇੱਕ ਵਿਧਾਨ ਹੈ ਕਿ ਸਤਿਗੁਰੂ ਨੂੰ ਜਿਹੜਾ ਸੇਵਕ ਆ ਉਹ ਸਰੈਂਡਰ ਕਰਦਾ, ਲਿਖਤੀ ਰੂਪ ਦਿੰਦਾ ਕਿ ਜਿਹੜਾ ਜੀਵਨ ਮੈਨੂੰ ਪਰਮ ਪਿਤਾ ਪਰਮਾਤਮਾ ਦੇ ਦਰ ਤੋਂ ਮਿਲਿਆ, ਜੋ ਪ੍ਰਾਣਾਂ ਦੀ ਪੂੰਜੀ, ਜੋ ਸਵਾਸ ਮੈਨੂੰ ਮਿਲੇ ਆ, ਅਤੇ ਮੈਨੂੰ ਜਿੰਨਾ ਕੁ ਪਤਾ ਚੱਲਿਆ, ਜਿੰਨੀ ਕੁ ਸਮਝ ਆਈ ਹੈ, ਉਹਦੇ ਅਨੁਸਾਰ ਮੈਂ ਸੋਚਦਾ ਕਿ ਮੇਰਾ ਸਤਿਗੁਰੂ ਮੇਰੇ ਲਈ ਬਿਹਤਰ ਕਰ ਸਕਦਾ ਅਤੇ ਬਿਹਤਰ ਕਰੂਗਾ। ਮੈਨੂੰ ਗੁਰੂ ਪਿਆਰਾ, ਮੇਰਾ ਜੇ ਜੀਵਨ ਵੀ ਜਾਂਦਾ ਜਾਵੇ, ਮੈਂ ਗੁਰੂ ਨੂੰ ਸਮਰਪਿਤ ਹਾਂ। ਜਦੋਂ ਤੁਸੀਂ ਇਹ ਭਾਵ ਬਣਾ ਲੈਂਦੇ ਹੋ, ਆਪਾਂ ਬਣਾ ਲੈਂਦੇ ਹਾਂ, ਜਿਉਂ ਭਾਵ ਹੈ, ਇਹ ਕਹਿ ਦਿੰਦੇ ਹਾਂ ਕਿ ਜਿਵੇਂ ਭਾਉਂਦਾ, ਲਿਖਤੀ ਰੂਪ 'ਚ ਅੰਦਰੋਂ ਚੇਤਨਾ ਤੋਂ ਦਸਤਖਤ ਕਰਤੇ, ਜਿਉਂ ਭਾਵ ਹੈ ਤਿਉਂ ਰੱਖ ਤੂੰ। ਹੁਣ ਜਿੱਥੇ ਰੱਖੇਗਾ ਤੇਰੀ ਰਜਾ, ਭੀਖ ਮੰਗਾ ਲਾ, ਭਾਵੇਂ ਰਾਜ ਦੇ ਦੇ, ਭਾਵੇਂ ਆਈ ਲਈ ਫਿਰ, ਉਹ ਤੇਰੇ ਤੇ ਅਦਾ ਥਿਆ। ਜਿਉਂ ਭਾਵ ਹੈ ਤਿਉਂ ਰੱਖ ਤੂੰ ਮੇਰੇ ਪਿਆਰੇ। ਆ ਪਿਆਰੇ ਵਾਲੀ ਗੱਲ ਸਮਝ ਲਓ, ਪਹਿਲਾਂ ਮੇਰਾ ਤਾਂ ਰੱਖਣਾ ਹੀ ਰੱਖਣਾ, ਇਹ ਮੋਹਰ ਤਾਂ ਛੱਡਣੀ ਨਹੀਂ, ਉਂਗਲ ਨਹੀਂ ਛੱਡਣੀ ਵੀ ਤੂੰ ਹੈ ਤਾਂ ਮੇਰਾ ਹੀ, ਇਹ ਤੋਂ ਤਾਂ ਤੂੰ ਭੱਜ ਨਹੀਂ ਸਕਦਾ। ਉਹ ਗੱਲ ਅੱਡ ਆ, ਮੈਂ ਤੈਨੂੰ ਲਿਖ ਕੇ ਵੀ ਦੇ ਦਿੰਦਾ, ਪਰ ਤੂੰ ਮੇਰਾ ਹੈ। ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ, ਤੂੰ ਨਾਨਕ ਕਾ ਵੀ ਪਾਤਸ਼ਾਹ ਹੈ। ਮੇਰੇ ਪਿਆਰਿਆ ਰੱਖ ਸਿਰ 'ਤੇ ਹੱਥ, ਅਤੇ ਉਹਦੀ ਜਿਹੜੀ ਪਾਵਨ ਸੱਤਾ, ਉਹਦੀਆਂ ਜਿਹੜੀਆਂ ਲੱਗੀਆਂ ਡਿਊਟੀਆਂ, ਉਹ ਸਾਡੇ ਆਸੇ ਪਾਸੇ ਹਰ ਵੇਲੇ ਹਾਜ਼ਰ ਰਹਿੰਦੀਆਂ। ਕਣ ਕਣ ਦੇ ਵਿੱਚ ਉਹ ਆਪ ਹੈ, ਕਣ ਕਣ ਦੇ ਵਿੱਚ ਆਪ। ਰੂਹਾਂ ਦਾ ਮੇਲਾ ਹੀ ਲੱਗਿਆ ਰਹਿੰਦਾ ਆਸੇ ਪਾਸੇ। ਤੁਸੀਂ ਆਓ ਸਹੀ ਇਹ ਖੇਤਰ 'ਚ, ਕੁਛ ਟਾਈਮ ਬੈਠੋ। ਸ਼ੁਰੂਆਤ ਦੇ ਵਿੱਚ ਨਹੀਂ ਬੈਠਾ ਜਾਂਦਾ, ਕਈ ਵਾਰ ਬੈਠਣ ਨਹੀਂ ਦਿੰਦੀਆਂ, ਕੁਝ ਐਸੀਆਂ ਅਵਸਥਾਵਾਂ ਹੁੰਦੀਆਂ ਘਰਾਂ ਦੇ ਵਿੱਚ, ਇਹੋ ਜਿਹਾ ਕੁਛ ਸਿਸਟਮ ਹੁੰਦਾ, ਬਹੁਤ ਕੁਛ ਹੈ। ਕਿਸੇ ਰਮਣੀਕ ਜਗ੍ਹਾ 'ਤੇ ਜਾ ਕੇ ਅਨੁਭਵ ਕਰੋ, ਕਿਸੇ ਗੁਰੂ ਘਰ ਜਾਓ, ਕਿਸੇ ਵਧੀਆ ਜਗ੍ਹਾ 'ਤੇ ਜਾ ਕੇ ਬੈਠਣਾ ਸ਼ੁਰੂ ਕਰੋ, ਤਾਂ ਕਿ ਜਦੋਂ ਤੁਹਾਡੇ ਕੋਲ ਬੈਠਣ ਵਾਲੀ ਪ੍ਰੋਪਰਟੀ ਤਿਆਰ ਹੋ ਗਈ, ਫਿਰ ਤੁਸੀਂ ਜਿੱਥੇ ਮਰਜ਼ੀ ਬਹਿ ਸਕਦੇ ਹੋ। ਤੁਹਾਡਾ ਆਸਣ ਸਿੱਧ ਹੋ ਜਾਂਦਾ। ਜਦੋਂ ਤੁਸੀਂ 2-3 ਮਹੀਨੇ ਲਗਾਤਾਰ ਕਿਸੇ ਇੱਕ ਆਸਣ 'ਚ ਇੱਕ ਕੱਪੜੇ 'ਤੇ ਬਹਿੰਦੇ ਰਹਿੰਦੇ ਹੋ, ਉਹ ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਫਿਰ ਉਹਨੂੰ ਜਿੱਥੇ ਵੀ ਜਾ ਕੇ ਵਸਾਓਗੇ, ਬੈਠੋਗੇ, ਉਹ ਗੱਲ ਉਤਰਨੀ ਸ਼ੁਰੂ ਹੋ ਜਾਂਦੀ ਹੈ। ਬੜਾ ਕੁਛ ਹੈ, ਬੜੀਆਂ ਵਧੀਆ ਸੈਟਿੰਗਾਂ ਹੁੰਦੀਆਂ। ਅਤੇ ਕਈ ਵਾਰ ਜਿਹੜਾ ਕੋਈ ਪਹਿਲਾਂ ਸੈਟਿੰਗਾਂ ਕਰੀ ਬੈਠਾ, ਉਹਦੀ ਸੰਗ ਸਾਥ ਮਿਲ ਜੇ ਤਾਂ ਉਹ ਸੈਟਿੰਗਾਂ ਕਰਕੇ ਵੀ ਦੇ ਦਿੰਦਾ। ਬੜਾ ਕੁਛ ਹੈ। ਜਾਣਕਾਰ ਹੈ ਜਿਹੜਾ ਦੂਜੇ ਨੂੰ ਉਹਨਾਂ ਨਹੀਂ ਭਟਕਣ ਦਿੰਦਾ, ਜਿਹੜਾ ਆਪ ਜਿੱਥੋਂ ਦੀ ਲੰਘਿਆ ਵਾ ਉਹ ਦੂਜੇ ਨੂੰ ਨਹੀਂ ਕੰਡੇ ਵੱਜਣ ਦਿੰਦਾ। ਉਹ ਦੱਸ ਦਿੰਦਾ ਕਿ ਜੇ ਕੰਡਿਆਂ ਵਾਲਾ ਰਾਹ ਤਾਂ ਜੁੱਤੇ ਪਾ ਕੇ ਹੀ ਆ। ਇਹ ਚੀਜ਼ਾਂ ਕੰਮ ਕਰਦੀਆਂ। ਇਸੇ ਲਈ ਅਧਿਆਤਮ ਦੇ ਵਿੱਚ ਗੁਰੂ ਨਾਨਕ ਦੇ ਘਰ ਨੇ ਤਾਂ ਗੁਰੂ ਤੋਂ ਹੀ ਸ਼ੁਰੂ ਕੀਤਾ ਕਿ ਗੁਰੂ ਦੀ ਬਹੁਤ ਜ਼ਿਆਦਾ ਲੋੜ ਹੈ। ਗੁਰੂ ਬਿਨਾਂ ਬੇੜਾ ਪਾਰ ਨਹੀਂ ਹੋਣਾ। ਸਾਰੀ ਬਾਣੀ ਇਸੇ ਗੱਲ ਦੀ ਗਵਾਹ ਕਿ ਢੂੰਡ ਲੈ ਕੋਈ ਸੱਜਣ, ਢੂੰਡ ਲੈ ਕੋਈ ਸੰਤ ਪੱਕਿਆ, ਕੋਈ ਸਾਧੂ ਟੋਲ ਲਾ, ਕੋਈ ਗੁਰਮੁਖ ਟੋਲ ਲਾ, ਕੋਈ ਬ੍ਰਹਮ ਗਿਆਨੀ ਸਤਿਪੁਰਖ ਟੋਲ ਲਾ। ਇਕੱਲੇ ਤੋਂ ਨਹੀਂ ਲੰਘ ਹੋਣਾ। ਇਕੱਲੇ 'ਚ ਆਕੜ ਤਾਂ ਆ ਸਕਦੀ ਹੈ, ਇਕੱਲੇ 'ਚ ਤਰਕਵਾਦੀ ਸਿਸਟਮ ਤਾਂ ਖੜ੍ਹੇ ਹੋ ਸਕਦੇ ਆ। ਆਪ ਨੂੰ ਆਪ ਹੀ ਥਾਪੀ ਤਾਂ ਦੇ ਸਕਦਾ ਹੈ। 5-7-10 ਕਿਤਾਬਾਂ ਪੜ੍ਹ ਕੇ ਬੋਲਣਾ ਕੀ ਔਖਾ, ਜੋ ਮਰਜ਼ੀ ਬੋਲ ਲਓ। ਅੱਜ ਤਾਂ ਸੋਸ਼ਲ ਮੀਡੀਆ, ਕਿਹੜਾ ਕੋਈ ਬੰਧਨ ਆ, ਹੈ ਨਾ। ਪਰ ਜੇ ਸੱਚੀ ਜਾਣਨਾ, ਟਿਕਾ 'ਚ ਆਉਣਾ, ਇੱਕ ਮਿਕਤਾ ਹਾਸਲ ਕਰਨੀ ਹੈ, ਤਾਂ ਜ਼ਰੂਰ ਜਿਹੜਾ ਆਪ ਤੋਂ ਅੱਗੇ ਆ ਉਹਦੀ ਸੰਗਤ ਕਰੋ, ਸਾਧੂ ਦੀ ਸੰਗਤ ਕਰੋ। ਪਾਣੀ ਢੋ, ਪੱਖਾ ਫੇਰੋ,
ਗੁਰੂ ਘਰ ਦੀਆਂ ਸੇਵਾਵਾਂ 'ਚ ਯੋਗਦਾਨ ਪਾਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਹੈ, ਆਪੇ ਬਖਸ਼ਿਸ਼ ਕਰ ਦੇਣਗੇ। ਤੁਸੀਂ ਅਰਦਾਸ ਕਰੋ ਕਿ ਹੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੀ, ਆਪੇ ਮਿਲਾ ਦੇਣਾ ਉਹਨੇ। ਬਣ ਜਾਣੀਆਂ ਖੇਡ ਕਦੇ ਨਾ ਕਦੇ। ਤੁਰੋ ਤਾਂ ਸਹੀ, ਜੋ ਖੋਜਦਾ ਉਹ ਪਾ ਲੈਂਦਾ। ਤੁਸੀਂ ਕਹਿਣਾ ਸ਼ੁਰੂ ਕਰੋ ਜੋ ਚਾਹੀਦਾ, ਉਹ ਨੇੜੇ ਹੀ ਹੁੰਦਾ। ਬਸ ਮਹਾਰਾਜ ਕਿਰਪਾ ਕਰਨ, ਸਤਿਗੁਰੂ ਰਹਿਮਤ ਕਰਨ। ਆਪ ਸਭਨਾਂ ਦਾ ਕਟਾਨ ਕੋਟ ਧੰਨਵਾਦ। ਆਪ ਸੁਣੋ, ਜਿਹੜੇ ਵੀ ਸੁਣਦੇ ਹੋ ਆਪਣੇ ਭੈਣ ਭਾਈਆਂ ਨੂੰ, ਦੋਸਤਾਂ ਮਿੱਤਰਾਂ ਨੂੰ ਵੀ ਸੁਣਾਓ। ਇਹ ਗੁਰੂ ਦੀ ਬਾਣੀ ਹੈ, ਇਹ ਖੁੱਲ੍ਹੇ ਡੁੱਲੇ ਅਰਥ ਹੈ। ਜੋ ਸਾਨੂੰ ਮਹਿਸੂਸ ਕਰਾਏ ਗੁਰੂ ਸਾਹਿਬ ਨੇ, ਮਹਾਂਦੇਸਾਂ ਨੇ, ਅਸੀਂ ਉਵੇਂ ਜੀ ਸਾਂਝ ਤੁਹਾਡੇ ਨਾਲ ਪਾਉਣੇ ਆ ਜਿਵੇਂ ਅਸੀਂ ਉਹਨਾਂ ਤੋਂ ਸਿੱਖਿਆ। ਸਮਾਧੀ ਦੀ ਅਵਸਥਾ 'ਚ ਜਾ ਵੀ ਜਾਣਿਆ, ਉਵੇਂ ਦੀਆਂ ਹੀ ਗੱਲਾਂ, ਉਵੇਂ ਸਿੱਧਾ ਜਿਹਾ ਹਿਸਾਬ ਆ। ਬਾਹਲਾ ਕਿਸੇ ਸੰਸਥਾ 'ਚ ਰਹੇ ਨਹੀਂ, ਪੜ੍ਹੇ ਨਹੀਂ, ਬਾਹਲੇ ਉਵੇਂ ਮੈਨੂੰ ਵਿਸ਼ੇਸ਼ਣ ਲਾਉਣੇ ਨਹੀਂ ਆਉਂਦੇ। ਇਸ ਕਰਕੇ ਪ੍ਰਵਾਨ ਕਰਿਓ ਜਿੰਨੇ ਕੁ ਜੋਗੇ ਹੈਗੇ ਆ। ਇਸ ਤਰ੍ਹਾਂ ਦਾ ਹੀ ਆ ਸਿਸਟਮ ਜਾਂ ਸਾਧ ਮੁਰਾਦਾ ਸਿੱਧਾ ਸਾਦਾ। ਮਹਾਰਾਜ ਮਿਹਰ ਕਰਨ, ਹਾਜ਼ਰੀਆਂ ਪ੍ਰਵਾਨ ਕਰਨ, ਜੋੜੀ ਰੱਖਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਦਾਸ ਤੁਹਾਡਾ ਆਪਣਾ ਮਹਾਂਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇ ਪਾਤਸ਼ਾਹੀ 10ਵੀਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।